ਦੀ ਪੰਜਾਬ ਡਿਬੇਟ ਲੈ ਕੇ। ਅੱਜ ਦੀ ਪੰਜਾਬ ਡਿਬੇਟ 'ਚ ਸਾਡੇ ਨਾਲ ਜੁੜਨਗੇ ਕਾਂਗਰਸ ਤੋਂ ਅਰਸ਼ਪ੍ਰੀਤ ਸਿੰਘ ਖੜਿਆਲ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਸਰਬਜੀਤ ਸਿੰਘ ਝਿੰਜਰ ਜੀ, ਆਮ ਆਦਮੀ ਪਾਰਟੀ ਤੋਂ ਜਸਵੀਰ ਰਾਜਾ ਜੀ, ਬੀਜੇਪੀ ਤੋਂ ਕਮਲਜੀਤ ਸੋਈ ਜੀ ਔਰ ਕਿਸਾਨ ਆਗੂ ਗੁਰਧਿਆਨ ਸਿੰਘ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੁੱਦਾ ਕੇਂਦਰ ਦਾ ਝੋਨੇ ਦੀ ਖਰੀਦ 10 ਦਿਨ ਅੱਗੇ ਪਾਉਣ ਦਾ ਫਰਮਾਨ ਤੇ ਇਸ ਦੇ ਵਿਰੋਧ ਤੋਂ ਬਾਅਦ ਇਸ ਫਰਮਾਨ ਦੀ ਵਾਪਸੀ। ਅੱਜ ਸ਼ਾਮੀ ਕੇਂਦਰ ਸਰਕਾਰ ਨੇ ਫਰਮਾਨ ਵਾਪਸ ਲੈਂਦੇ ਹੋਏ ਫੈਸਲਾ ਲਿਆ, ਐਲਾਨ ਕੀਤਾ ਕਿ ਕੱਲ ਤੋਂ ਝੋਨੇ ਦੀ ਖਰੀਦ ਜਿਹੜੀ ਹੈ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਏਗੀ। ਫਰਮਾਨ ਸੀ ਕਿ ਝੋਨੇ ਦੀ ਖਰੀਦ 1 ਅਕਤੂਬਰ ਦੀ ਬਜਾਏ 11 ਅਕਤੂਬਰ ਤੋਂ ਹੋਏਗੀ। ਉਹਦਾ ਵਿਰੋਧ ਹੋਇਆ। ਵਿਰੋਧ ਇੱਕ ਪਾਸਿਓਂ ਨਹੀਂ, ਵਿਰੋਧ ਕਈ ਪਾਸਿਓਂ ਹੋਇਆ। ਵਿਰੋਧ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਹੋਇਆ, ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਵਿਰੋਧ ਹੋਇਆ। ਵਿਰੋਧ ਦੇ ਵਿੱਚ ਅੱਜ ਜੋ ਧਰਨਾ ਪ੍ਰਦਰਸ਼ਨ ਹੋਏ ਉਹ ਪੰਜਾਬ 'ਚ ਵੀ ਹੋਏ, ਹਰਿਆਣੇ 'ਚ ਵੀ ਹੋਏ। ਅਲਟੀਮੇਟਲੀ ਫੈਸਲਾ ਆ ਗਿਆ ਕਿ ਕੱਲ ਤੋਂ ਝੋਨੇ ਦੀ ਖਰੀਦ ਹੋਏਗੀ। ਕੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ, ਉਹਨਾਂ ਨੇ ਮੁੱਦਾ ਚੱਕਿਆ। ਅੱਜ ਜਦੋਂ ਵਿਰੋਧ ਬਹੁਤ ਜ਼ਿਆਦਾ ਵੱਧ ਗਿਆ ਤਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਿੱਲੀ ਜਾ ਕੇ ਕੇਂਦਰੀ ਐਗਰੀਕਲਚਰ ਮਿਨਿਸਟਰ ਨੂੰ ਮਿਲੇ। ਫੈਸਲਾ ਆਇਆ, ਐਲਾਨ ਹੋਇਆ, ਕੱਲ ਤੋਂ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਹੁਣ ਸਵਾਲ ਜਿਹੜੇ ਨੇ, ਸਵਾਲ ਇਹ ਉੱਠਦੇ ਨੇ, ਫੈਸਲਾ ਹੋ ਗਿਆ, ਸਾਰਾ ਕੁਝ ਹੋ ਗਿਆ, ਬਟ ਸਵਾਲ ਇਹ ਹੈ ਕਿ ਕੀ ਐਡੀ ਐਮਰਜੈਂਸੀ ਸੀ ਕਿ 1 ਤਰੀਕ ਦੀ ਬਜਾਏ 11 ਤਰੀਕ ਕਰਤੀ? ਕਿਆ ਇਹ ਜਿਹੜਾ ਫੈਸਲਾ ਹੈ ਕਿਸ ਤਰੀਕੇ ਨਾਲ ਲੱਤਾ ਗਿਆ, ਇਹ ਕੇਂਦਰ ਸਰਕਾਰ ਹੀ ਜਵਾਬ ਦੇ ਸਕਦੀ ਹੈ ਕਿਉਂ ਇਹ ਫੈਸਲਾ ਲਿੱਤਾ ਗਿਆ। ਅਗਲਾ ਸਵਾਲ, ਕਿ ਇਹ ਫੈਸਲਾ ਲੈਣ ਵੇਲੇ ਸੋਚਿਆ ਗਿਆ ਕਿ ਜਿਹੜਾ ਕਿਸਾਨ 1 ਅਕਤੂਬਰ ਤੋਂ ਝੋਨੇ ਦੀ ਖਰੀਦ ਨੂੰ ਦੇਖਦੇ ਹੋਏ ਆਪਣੀ ਫਸਲ ਕੱਟ ਚੁੱਕਿਆ, 30 ਤਰੀਕ ਨੂੰ ਤਿਆਰੀ ਕਰ ਚੁੱਕਿਆ, ਬਹੁਤ ਸਾਰੇ ਕਿਸਾਨ ਮੰਡੀਆਂ 'ਚ 30 ਤਰੀਕ ਨੂੰ ਪਹੁੰਚ ਵੀ ਚੁੱਕੇ ਔਰ ਕਈਆਂ ਨੇ ਆਪਣੀ ਜਿਹੜੀ ਜੀਰੀ ਹੈ ਉਹ ਟਰਾਲੀਆਂ 'ਚ ਭਰੀ ਹੋਈ ਹੈ। 1 ਤਰੀਕ ਨੂੰ ਉਹਨੇ ਮੰਡੀ ਜਾਣਾ ਸੀ ਕਿ ਅਸੀਂ ਆਪਣੀ ਫਸਲ ਵੇਚੀਏ, ਬੋਲੀ ਲਵਾਈਏ ਤੇ ਵਾਪਸ ਚੱਲੀਏ। ਕੀ ਫੈਸਲਾ ਲੈਂਦੇ ਹੋਏ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਕਿ ਜਿਹੜੇ ਕਿਸਾਨ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਖਰੀਦ ਸ਼ੁਰੂ ਹੋਏਗੀ, ਉਹਨਾਂ ਦੇ ਜੋ ਭਾਵਨਾਵਾਂ ਨੇ ਉਹਨਾਂ ਨੂੰ ਧਿਆਨ 'ਚ ਰੱਖਿਆ। ਔਰ ਸਭ ਤੋਂ ਵੱਡਾ ਇਸ਼ੂ ਕਿ ਜਿਹੜੇ ਕਿਸਾਨ ਲੰਮੇ ਸਮੇਂ ਤੋਂ 3 ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਖੜੇ ਆ, ਲੜਾਈ ਲੜ ਰਹੇ ਆ ਲੰਬੇ ਸਮੇਂ ਤੋਂ, ਉਹ ਕੀ ਇਸ ਫੈਸਲੇ ਨੂੰ ਸਵੀਕਾਰ ਕਰਨਗੇ? ਉਹਦਾ ਨਤੀਜਾ ਅੱਜ ਸਾਹਮਣੇ। ਵਿਰੋਧ ਹੋਇਆ, ਆਖਰ ਸਰਕਾਰ ਨੂੰ ਇਹ ਫੈਸਲਾ ਵਾਪਸ ਜਿਹੜਾ ਉਹ ਲੈਣਾ ਪਿਆ। ਸਭ ਤੋਂ ਪਹਿਲਾਂ ਗੁਰਧਿਆਨ ਜੀ ਤੁਹਾਡੇ ਕੋਲ ਆਉਣਾ। ਪਹਿਲਾਂ ਤਾਂ ਇਹ ਜੋ ਫੈਸਲਾ ਆਇਆ ਕੱਲ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਹੈ, ਇਸ ਦਾ ਸਵਾਗਤ ਕਰਦੇ ਹੋ। ਦੂਜਾ, ਜੋ ਕੁਝ ਹੋਇਆ ਉਹਦੇ ਲਈ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੇ ਕੀ ਕੁਛ ਇਹਦੇ ਪਿੱਛੇ ਹੈ, ਤੁਹਾਡਾ ਕਮੈਂਟ ਗੁਰਧਿਆਨ ਜੀ। ਸਭ ਤੋਂ ਪਹਿਲਾਂ ਜੀ ਇੰਡੀਆ ਨੂੰ ਦੇਖ ਰਹੇ ਸਾਰੇ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਇਹਦੇ ਵਿੱਚ ਦੇਖੋ, ਕਿਸਾਨ ਇੱਕ ਅੰਨਦਾਤਾ, ਕਿਸਾਨ ਨੇ ਉਸ ਮਾੜੇ ਟਾਈਮ ਦੇ ਵਿੱਚ ਮਿਹਨਤ ਕਰਕੇ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ ਜਦੋਂ ਅਨਾਜ ਦੀ ਬਹੁਤ ਕਮੀ ਸੀ, ਕਾਲ ਪੈਂਦਾ ਸੀ। ਦੂਜੇ ਪਾਸੇ ਜੇ ਆਪਾਂ ਅੱਜ ਦੀਆਂ ਸਰਕਾਰਾਂ ਨੂੰ ਦੇਖ ਸਕਦੇ, ਚਲੋ ਅਨਾਜ ਜ਼ਿਆਦਾ ਹੋ ਗਿਆ, ਉਹ ਇੱਕ ਇਕੱਲੇ ਕਿਸਾਨ ਦਾ ਅਪਮਾਨ ਨਹੀਂ ਸੀ, ਸਾਰੇ ਭਾਰਤ ਦੇ ਲੋਕ ਦਾ ਅਪਮਾਨ ਸੀ, ਕਿਉਂਕਿ ਜਿਹੜੇ ਖਾਣ ਪੀਣ ਗੁਰਧਿਆਨ ਜੀ, ਗੁਰਧਿਆਨ ਜੀ ਆਵਾਜ਼ ਆ ਰਹੀ ਤੁਹਾਨੂੰ? ਗੁਰਧਿਆਨ ਜੀ, ਚੀਜ਼ਾਂ ਕਿਸਾਨ ਮਿਲ ਕੇ ਪੈਦਾ ਕਰ ਰਿਹਾ, ਉਹ ਕੋਈ ਫੈਕਟ ਲੱਗਦਾ ਕੁਛ ਕਨੈਕਟੀਵਿਟੀ ਦੀ ਪ੍ਰੋਬਲਮ ਹੈ। ਮੈਂ ਸਿੱਧਾ ਰੁਕ ਕਰੂੰਗਾ ਭਾਰਤੀ ਜਨਤਾ ਪਾਰਟੀ ਤੋਂ ਕਮਲਜੀਤ ਸੋਈ ਜੀ। ਸੋਈ ਸਾਹਿਬ, ਇਸ਼ੂ ਸਾਹਮਣੇ ਹੈ, ਬੀਜੇਪੀ ਵੱਲੋਂ ਤੁਹਾਡਾ ਕਮੈਂਟ। ਸੋਈ ਸਾਹਿਬ। ਪਹਿਲਾਂ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਪਹਿਲਾਂ ਤੇ ਤੁਸੀਂ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਜਿਹੜਾ ਡਿਸੀਜਨ ਲਿੱਤਾ ਗਿਆ ਹੈਗਾ ਹੈ ਕਿ ਜਿਹੜੀ ਖਰੀਦ ਹੈਗੀ ਹੈ ਉਹ ਕੱਲ ਤੋਂ ਸ਼ੁਰੂ ਕਰ ਦਿੱਤੀ ਜਾਏ, ਇਹ ਆ ਬੜਾ ਸਵਾਗਤਯੋਗ ਕਦਮ ਹੈਗਾ। ਤੇ ਉਹ ਗਰਾਊਂਡ ਰਿਪੋਰਟਸ ਜਿਹੜੀਆਂ ਸਾਰੀਆਂ ਅਸੀਂ ਦਿੱਤੀਆਂ ਹੈਗੀਆਂ ਉਹਦੇ ਮੁਤਾਬਿਕ ਹੀ ਹੋਇਆ। ਮੈਂ ਕੱਲ ਕਈ 2-3 ਡਿਬੇਟ 'ਚ ਸੀਗਾ ਤੇ ਮੈਨੂੰ ਜਦੋਂ ਕੁਐਸਚਨ ਪੁੱਛ ਰਹੇ ਸੀਗੇ, ਮੈਂ ਕੱਲ ਹੀ ਇਹ ਕਲੀਅਰ ਕਰ ਦਿੱਤਾ ਸੀਗਾ
ਕਿ ਆ ਜਿਹੜੀ ਖਰੀਦ ਹੈਗੀ ਹੈ ਅਸੀਂ ਇਹਨੂੰ ਪ੍ਰੀਪੋਨ ਵੀ ਕਰ ਸਕਦੇ ਹਾਂ। ਆ ਪੋਸਟਪੋਨ ਕਰਨ ਦਾ ਜਿਹੜਾ ਭਾਰਦਵਾਜ ਸਾਹਿਬ ਜਿਹੜਾ ਰੀਜ਼ਨ ਸੀਗਾ ਉਹ ਸੀਗਾ ਕਿ ਪਿਛਲੇ ਕੁਝ ਸਮੇਂ ਦੌਰਾਨ ਬੇਮੌਸਮੀ ਜਿਹੜੀ ਵਰਸ਼ਾ ਹੋਈ ਹੈ ਉਹਦੇ ਮੁਤਾਬਿਕ ਜਦੋਂ ਅਸੀਂ ਦੇਖਿਆ ਕਿ ਝੋਨੇ ਦੀ ਜਿਹੜੀ ਮੋਇਸਚਰ ਕੰਟੈਂਟਸ ਨੇ ਉਹ 22 ਤੋਂ 23% ਨਜ਼ਰ ਆ ਰਹੇ ਸੀਗੇ। ਹੁਣ ਜਦੋਂ 22 ਤੋਂ 23% ਝੋਨੇ ਦੇ ਮੋਇਸਚਰ ਕੰਟੈਂਟਸ ਨੇ ਤੇ ਜਿਹੜੀ ਅਸੈਪਟੇਬਲ ਲਿਮਿਟ ਹੈਗੀ ਹੈ ਜਿਹਦੀ FCI ਜਿਹੜਾ ਖਰੀਦੀ ਹੈ ਉਹ 17% ਹੈ, ਤੇ ਉਹ ਕਿਸ ਤਰ੍ਹਾਂ ਜੇ ਕਿਸਾਨ ਲੈ ਕੇ ਆ ਵੀ ਜਾਂਦਾ ਮੰਡੀਆਂ 'ਚ ਤੇ ਮੰਡੀਆਂ 'ਚ ਕਾਂਗਰਸ ਸਰਕਾਰ ਨੇ ਆਪਣੇ ਕਾਟੋ ਕਲੇਸ਼ ਦੇ ਮੁਤਾਬਿਕ ਕੋਈ ਬੰਦੋਬਸਤ ਕੋਈ ਇਹਨਾਂ ਨੇ ਇੰਤਜ਼ਾਮ ਕੀਤਾ ਨਹੀਂ ਸੀ ਹੋਇਆ, ਕਿਉਂਕਿ 2-3 ਦਿਨ ਪਹਿਲਾਂ ਹੀ ਇਹਨਾਂ ਦੇ ਜੇ ਮੰਤਰੀ ਬਣੇ ਨੇ। ਉਸ ਤੋਂ ਬਾਅਦ ਡਾਇਰੈਕਟਰ ਜਿਹੜਾ ਸੀਗਾ ਮੰਡੀ ਬੋਰਡ ਦਾ ਉਹ ਚੇਂਜ ਹੋਇਆ। ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਸੀਗਾ, ਨਾ ਕੋਈ ਪੱਖੇ ਲੱਗੇ ਸੀਗੇ, ਨਾ ਕੋਈ ਲਾਈਟ ਦਾ ਬੰਦੋਬਸਤ ਸੀਗਾ। ਜੇ ਕਿਸਾਨ ਫਸਲ ਮੰਡੀਆਂ 'ਚ ਲੈ ਵੀ ਆਂਦਾ ਤੇ ਉਹਦੀ ਖੱਜਲ ਖੁਆਰੀ ਹੋਣੀ ਸੀ। ਇਸ ਕਰਕੇ ਇਹ ਡਿਸੀਜਨ ਲਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਪ੍ਰੋਪਰ ਜਿਹੜੇ ਬੰਦੋਬਸਤ ਕਰ ਲਓ। ਹਿੰਦੁਸਤਾਨ ਦੀ ਸਰਕਾਰ ਨੇ ਜਦੋਂ ਇੱਕ ਲਿਮਟ CCI ਲਿਮਟ ਦੇ ਦਿੱਤੀ 36,000 ਕਰੋੜ ਰੁਪਈਆ ਰਿਲੀਜ਼ ਕਰ ਦਿੱਤਾ ਗਿਆ ਤੇ ਹਿੰਦੁਸਤਾਨ ਦੀ ਸਰਕਾਰ ਤੇ ਕਿਸਾਨਾਂ ਦੇ ਹਿੱਤ ਵਿੱਚ ਹੈਗੀ ਹੈ ਤੇ ਸਾਡੇ ਵੱਲੋਂ ਤੇ ਕੋਈ ਇਦਾਂ ਦਾ ਮੋਟਿਵ ਹੀ ਨਹੀਂ ਸੀ। ਅਸੀਂ ਤੇ ਇੱਕ ਦਾਣਾ ਜਿਹੜਾ ਹੈਗਾ ਝੋਨੇ ਦਾ ਚੱਕਣਾ। ਜਦੋਂ ਪਿਛਲੀ ਵਾਰੀ ਰਿਕਾਰਡ 202 ਲੱਖ ਮੈਟ੍ਰਿਕ ਟਨ ਚੱਕਿਆ ਗਿਆ, ਮੈਂ ਅਗੇਨ ਰਿਪੀਟ ਕਰ ਰਿਹਾ 202 ਲੱਖ ਮੈਟ੍ਰਿਕ ਟਨ 올 ਟਾਈਮ ਰਿਕਾਰਡ ਸੀਗਾ, ਉਹ ਚੱਕਿਆ ਗਿਆ ਤੇ ਐਤਕੀ ਵੀ ਇੱਕ ਦਾਣਾ ਚੱਕਿਆ ਗਿਆ। ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਮੈਂ 2-3 ਮੰਡੀਆਂ ਤੇ ਆਪ ਜਾ ਕੇ ਆਇਆ ਪਿਛਲੇ 2-3 ਦਿਨਾਂ ਦੇ ਵਿੱਚ। ਤੁਹਾਨੂੰ ਅੰਮ੍ਰਿਤਸਰ ਦੀ ਮੰਡੀ ਦੀ ਗੱਲ ਦੱਸਣਾ, ਤਕਰੀਬਨ 80 ਲੱਖ ਬੋਰੀ ਉੱਥੇ ਆ ਚੁੱਕੀ ਸੀਗੀ ਤੇ ਜਿਹੜੀ ਜ਼ਿਆਦਾ ਆ ਰਹੀ ਹੈਗੀ ਹੈ ਉਹ ਬਾਸਮਤੀ ਆ ਰਹੀ 1509 ਆ ਰਹੀ ਹੈ। ਇਹ ਬੜੀ ਕਿਸਾਨ ਵੀਰਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਪਿਛਲੇ ਵਰੇ ਇਹਨਾਂ ਨੇ 2200-2300 ਰੁਪਏ ਵੇਚੀ ਹੈਗੀ ਹੈ 1509, ਐਤਕੀ ਰੇਟ ਹੀ 27-2800 ਖੁੱਲਾ ਤੇ 3000-3200 1509 ਵਿਕਦੀ ਪਈ ਹੈ। ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜੀ ਸਾਡੀ ਵੈਲਥ ਕ੍ਰੀਏਸ਼ਨ ਹੈਗੀ ਹੈ, ਜਿਹੜੇ ਝੋਨੇ ਚੋਂ ਨਿਕਲ ਕੇ ਆਂਦੀ ਹੈਗੀ ਹੈ, ਜਦੋਂ ਕਿਸਾਨ ਜਾ ਕੇ ਮੰਡੀਆਂ 'ਚ ਫਸਲ ਵੇਚਦਾ ਤੇ ਰੁਪਈਏ ਆਉਂਦੇ ਨੇ ਤੇ ਸਾਰਾ ਵਰਗ ਜਿਹੜੇ ਨੇ ਕਿਸਾਨ ਤੇ ਖੁਸ਼ ਹੁੰਦੇ ਹੀ ਹੁੰਦੇ ਨੇ, ਸਾਰੇ ਸਾਡਾ ਦੂਜਾ ਵਰਗ ਵੀ ਜਿਹੜਾ ਖੁਸ਼ਹਾਲ ਹੁੰਦਾ। ਸੋਹੀ ਸਾਹਿਬ ਜੀ ਗੱਲ ਇਹ ਹੈ, ਤੁਸੀਂ ਕਿਹਾ ਜੀ ਰਿਪੋਰਟਸ ਆ ਰਹੀਆਂ ਸੀ ਮੋਇਸਚਰ ਨੂੰ ਲੈ ਕੇ। 1 ਅਕਤੂਬਰ ਬਹੁਤ ਦਿਨਾਂ ਤੋਂ ਚਲੇ ਆ ਰਿਹਾ ਵੀ 1 ਅਕਤੂਬਰ ਤੋਂ ਜਿਹੜੀ ਫਸਲ ਹੈ ਉਹ ਮੰਡੀਆਂ 'ਚ ਆਏਗੀ, ਉਹਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਏਗੀ। 30 ਤਰੀਕ ਸ਼ਾਮ ਨੂੰ ਇਹ ਆਰਡਰ ਆ ਜਾਂਦਾ। ਕੀ ਕਿਸਾਨ ਕੋਲ ਇੰਨਾ ਉਹਦੇ ਕੋਲ ਪ੍ਰਬੰਧ ਹੈਗੇ ਜੀ ਕਿ ਉਹ ਆਪਣੀ ਜਿਹੜੀ ਕੱਟੀ ਹੋਈ ਫਸਲ ਹੈ ਉਹਨੂੰ, ਜਾਂ ਤਾਂ ਹੁੰਦਾ ਕਿ 2-3 ਦਿਨ ਪਹਿਲਾਂ ਆ ਜਾਂਦਾ ਫਿਰ ਵੀ ਗੱਲ ਹੋ ਜਾਂਦੀ। 30 ਤਰੀਕ ਸ਼ਾਮ ਨੂੰ ਆਰਡਰ ਆ ਰਹੇ ਕਿਸਾਨਾਂ ਵਾਸਤੇ ਬਹੁਤ ਵੱਡੀ ਇੱਕ ਪਰੇਸ਼ਾਨੀ ਖੜੀ ਹੋ ਗਈ ਤੇ ਤੁਸੀਂ ਖੁਦ ਕਿਸਾਨ ਹੋ, ਕਿਸ ਤਰੀਕੇ ਨਾਲ ਜੀ ਮੈਨੇਜ ਕਰੇ ਉਹ। ਪਰ ਗੱਲ ਤਾਂ ਇਹ ਹੈ ਨਾ, ਹੁਣ ਮੋਇਸਚਰ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਠੀਕ ਹੈ ਜਿਹੜਾ ਕੱਟ ਕੇ ਖੜਾ ਹੈ ਆਪਣੀ ਫਸਲ ਉਹ ਲਿਆਏਗਾ ਮੰਡੀ 'ਚ ਜਾ ਕੇ ਉਹ ਉੱਥੇ ਹੋ ਜਾਏਗਾ। ਅਗਰ ਮੋਇਸਚਰ ਪੂਰਾ ਹੋਏਗਾ ਉਹਦੀ ਖਰੀਦ ਹੋ ਜਾਏਗੀ, ਨਹੀਂ ਹੋਏਗੀ ਬੋਲੀ ਨਹੀਂ ਹੋਏਗੀ ਉਹ ਪੱਖਾ ਲਵਾ ਲੇਗਾ ਜਾਂ ਹੋਰ ਪ੍ਰਬੰਧ ਕਰ ਲੇਗਾ। ਉੱਥੇ ਬਾਰਦਾਨੇ ਦਾ ਪ੍ਰਬੰਧ ਹੈ, ਉੱਥੇ ਆਪਣਾ ਤਰਪਾਲਾਂ ਦਾ ਪ੍ਰਬੰਧ ਹੈ। ਅਗਰ ਖਰੀਦ ਹੀ 10 ਦਿਨ ਦਾ ਫਰਕ ਪਾਤਾ ਤਾਂ 10 ਦਿਨ ਦੇ ਵਿੱਚ ਜੀ ਕਿਵੇਂ ਉਹ ਮੈਨੇਜ ਕਰੇਗਾ, ਕਿੱਥੇ ਭੰਡਾਰਨ ਕਰੇਗਾ, ਕਿੱਥੇ ਸਟੋਰੇਜ ਕਰੇਗਾ? ਅਨਿਲ ਜੀ ਤੁਹਾਨੂੰ ਮੈਂ ਫਿਰ ਇਹੋ ਹੀ ਕਹਿ ਰਿਹਾ ਸੀਗਾ ਕਿ ਆ 10 ਦਿਨ ਟਾਈਮ ਕਿਹਾ ਗਿਆ ਸੀ, ਲੇਕਿਨ ਕੋਈ ਇੱਥੇ ਉਹ ਆ ਨਹੀਂ ਸੀ ਕਿਹਾ ਗਿਆ ਕਿ 10 ਦਿਨ ਹੀ ਲੈਣੇ ਹੈਗੇ ਨੇ। ਅਸੀਂ ਸਾਰੇ, ਮੈਂ ਤੁਹਾਨੂੰ ਕਿਹਾ ਕੱਲ ਦੀ ਮੇਰੀ ਡਿਬੇਟਸ ਕਰਕੇ ਦੇਖ ਲਓ, ਮੈਂ ਕਈ ਚੈਨਲਾਂ ਤੇ ਕਿਹਾ ਹੈਗਾ ਕਿ ਇਟ ਕੈਨ ਬੀ ਪ੍ਰੀਪੋਨਡ ਆਲਸੋ। ਨੰਬਰ 2, ਜਦੋਂ ਪੰਜਾਬ ਸਰਕਾਰ ਨੇ ਕੋਈ ਨਾ ਬਾਰਦਾਨੇ ਦਾ ਬੰਦੋਬਸਤ ਸੀਗਾ, ਨਾ ਇਹਨਾਂ ਕੋਲ ਕੋਈ ਹੋਰ ਬੰਦੋਬਸਤ ਸੀਗਾ। ਇਹਨਾਂ ਦੇ ਮੁੱਖ ਮੰਤਰੀ ਸਾਹਿਬ ਮਿਲ ਕੇ ਆਏ ਨੇ, ਇਹਨਾਂ ਦੇ ਹੋਰ ਵੀ ਆਫੀਸਰਸ ਨੇ ਸਾਡੇ ਆਫੀਸਰਸ ਦੇ ਨਾਲ ਉੱਥੇ ਕੰਟੈਕਟ ਕੀਤਾ ਹੈਗਾ ਤੇ ਸਾਨੂੰ ਅਸ਼ੋਰ ਕੀਤਾ ਹੈਗਾ ਕਿ ਕਿਸਾਨ ਦੀ ਖੱਜਲ ਖੁਆਰੀ ਨਹੀਂ ਹੋਏਗੀ। ਇਹਨਾਂ ਨੇ ਇੱਕ ਦੋ ਦਿਨ ਲਾ ਕੇ ਆਪਣਾ ਮੰਡੀਆਂ ਦੇ ਵਿੱਚ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਪਤਾ ਹੈ ਪਿਛਲੇ ਵਰੇ ਜਦੋਂ ਕਣਕ ਚੱਕੀ ਗਈ ਸੀਗੀ, ਕਣਕ ਦੇ ਵੇਲੇ ਕਿੰਨਾ ਬਾਰਦਾਨੇ ਦੀ ਪ੍ਰੋਬਲਮ ਆਈ ਸੀਗੀ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕਿਸਾਨ ਜਿਹੜਾ ਹੈਗਾ ਪਰੇਸ਼ਾਨ ਹੋਵੇ। ਜੇ ਝੋਨੇ ਨੂੰ ਆਂਦਿਆਂ ਮੰਡੀ 'ਚ ਆ ਕੇ ਪੱਖਾ ਨਹੀਂ ਲੱਗਣਾ ਹੈਗਾ ਜਾਂ ਪੱਖਾ ਨਹੀਂ ਲਾਂਗੇ ਤੇ ਫਿਰ ਕਿਸਾਨ ਉੱਥੇ ਪਰੇਸ਼ਾਨ ਹੋਏਗਾ। 22-23% ਮੋਇਸਚਰ ਦੇ ਨਾਲ FCI ਨੇ ਤਾਂ ਫਸਲ ਚੱਕਣੀ ਨਹੀਂ ਹੈ, ਫਿਰ ਕੀ ਹੋਏਗਾ? ਕਿਸਾਨ ਮਜਬੂਰ ਹੋ ਕੇ ਆਪਣੇ ਆਪ ਨੂੰ ਪਰੇਸ਼ਾਨ ਹੋ ਕੇ ਅਜੇ ਹਰੀ ਫਸਲ ਜਿਹੜੀ ਸੀਗੀ ਅਜੇ ਮੰਡੀਆਂ 'ਚ ਆ ਰਹੀ ਸੀਗੀ। ਮੈਨੂੰ ਲੱਗਦਾ ਹੈ ਮੈਂ ਦੁਬਾਰਾ ਬੜਾ ਟਾਈਮਲੀ ਫੈਸਲਾ ਲਿੱਤਾ ਗਿਆ ਹਿੰਦੁਸਤਾਨ ਦੀ ਸਰਕਾਰ ਨੂੰ, ਕਿਸਾਨਾਂ ਦਾ ਹਿੱਤ ਮੱਦੇ ਨਜ਼ਰ ਰੱਖਦੇ ਹੋਏ। ਤੇ ਹੁਣ ਕਿਸਾਨਾਂ ਨੂੰ ਖੁੱਲੀ ਛੂਟ ਹੈਗੀ, ਆਓ ਆਪਣੀ ਮੰਡੀ 'ਚ ਫਸਲ ਲੈ ਕੇ ਆਓ ਤੇ ਪੈਸੇ ਤੇ ਅਸੀਂ ਪਹਿਲਾਂ ਹੀ ਦਿੱਤੇ ਹੋਏ ਨੇ। ਠੀਕ ਹੈ ਸੋਈ ਸਾਹਿਬ, ਆਨਾ ਮੈਂ ਤੁਹਾਡੇ ਕੋਲ। ਵੈਸੇ ਜਿਹੜਾ ਆਰਡਰ ਸੀ ਉਹ ਆਰਡਰ ਕਲੀਅਰ ਸੀਗਾ, 1 ਤੋਂ 11 ਕੀਤੀ ਗਈ ਸੀ। ਆਪਾਂ ਦੁਬਾਰਾ ਇਸ ਟੌਪਿਕ ਤੇ ਆ ਜਾਾਂਗੇ। ਦੂਸਰਾ ਜਿਹੜਾ ਹੈ ਜੋ ਪ੍ਰਬੰਧਾਂ ਦੀ ਗੱਲ ਹੈ, ਮੰਤਰੀ ਉਹੀ ਨੇ ਜਿਹੜੇ ਪਹਿਲਾਂ ਸੀ, ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ
कि प्रबंध साडे पूरे हैं। खैर तुसीं पॉइंट रेज किया कि प्रबंध नहीं पूरे सी। अर्शदीप जी साडे नाल जुड़ चुके हैं। अर्शदीप खड़ियाल जी स्वागत है तुहाडा। अर्शदीप जी जवाब दे लो पहला तो जी, जो सोई साहब ने गल कही है कि प्रबंध नहीं सी, दूजा जो बीजेपी गवर्नमेंट सेंटर गवर्नमेंट ने पहला ऑर्डर जारी किया तो अज वो वापस लेके कल तो दोबारा चीज शुरू हो रही है। अर्शदीप जी अर्शदीप जी सॉरी मेरी आवाज सुन पा रही हो? थोड़ी बैकग्राउंड हाँ जी हाँ जी हाँ जी। देखो जी पहली गल तो यह है कि जिहड़ी प्रोक्योरमेंट हैगी वो भी तैयारी 99% नहीं 100% सीगी। एवरीथिंग वाज रेडी, हर एक पैराफर्नीलिया, हर एक इक्विपमेंट, हर एक सर्विस रेडी सी। इको दम 11th आवर ते बीजेपी ये फैसला कर दिंदी है कि 1 अक्टूबर की बजाय 11 अक्टूबर ਨੂੰ प्रोक्योरमेंट करांगे क्योंकि मीह पै गया। चीज देखन मैं चाहना थोड़े दर्शक इस चीज ਨੂੰ समझन कि मीह ਤਾਂ ਪਹਿਲਾਂ ਵੀ ਪੈਂਦਾ ਹੁੰਦਾ, मतलब इन द हिस्टरी इन द पास्ट मीह ਪੈਂਦਾ ਰਿਹਾ ਪਹਿਲੇ ਹਫਤੇ ਅਕਤੂਬਰ ਤੱਕ ਪੈ ਜਾਂਦਾ ਹੁੰਦਾ, ਨॉट ਅ ਬਿਗ ਡੀਲ। ਬਟ ਪ੍ਰੋਕਿਉਰਮੈਂਟ ਨੂੰ ਕਦੇ ਡਿਲੇ ਨਹੀਂ ਕੀਤਾ ਗਿਆ ਸੀਗਾ, ਫਿਰ ਵੀ ਪ੍ਰੋਕਿਉਰਮੈਂਟ ਹੋ ਜਾਂਦੀ ਸੀਗੀ। ਦੂਜੀ ਗੱਲ, ਜੇ ਏਡਾ ਹੀ ਵੱਡਾ ਮਸਲਾ ਸੀਗਾ ਤੇ ਮੋਇਸਚਰ ਇੰਨਾ ਸੀਗਾ ਤੇ ਤੁਸੀਂ ਤਾਂ ਕਰਕੇ 11 ਅਕਤੂਬਰ ਕੀਤਾ, ਫਿਰ ਤੁਸੀਂ ਹੁਣ ਕੱਲ ਨੂੰ ਕਿਵੇਂ ਪ੍ਰੋਕਿਉਰ ਕਰ ਲਓਗੇ? ਮੋਇਸਚਰ ਲੈਵਲ ਹੁਣ ਕਿੱਥੇ ਜਾਊਗਾ? ਤੀਜੀ ਗੱਲ, ਜਿਹੜਾ ਇਹਨਾਂ ਨੇ ਮੀਂਹ ਦਾ ਐਸਪੈਕਟ ਜੋੜਿਆ ਹੈ, ਕਾਈਂਡਲੀ ਸਮਝੋ ਇਸ ਗੱਲ ਨੂੰ, ਮੀਂਹ ਪਿਆ ਲੇਕਿਨ ਹਰੇਕ ਸ਼ਹਿਰ, ਹਰੇਕ ਡਿਸਟ੍ਰਿਕਟ, ਹਰੇਕ ਕੰਸਟੀਚੁਐਂਸੀ, ਹਰੇਕ ਪਿੰਡ 'ਚ ਨਹੀਂ ਪਿਆ, ਕਿਸੇ ਕਿਸੇ ਥਾਂ ਤੇ ਪਿਆ। ਤੇ ਜਿਹੜੀ ਬਚੀ ਹੋਈ ਪ੍ਰੋਕਿਉਰਮੈਂਟ ਸੀ ਤੁਸੀਂ ਉਹਨਾਂ ਨੂੰ ਵੀ ਮਤਲਬ ਡਿਸਰਿਗਾਰਡ ਕਰਤਾ। ਨਾਲੇ ਇਹ ਬੀਜੇਪੀ ਦਾ ਇੱਕ ਰਿਸਪੌਂਸ ਹੈ, ਇੱਕ ਰਿਪਲਾਈ ਹੈ। ਜਿਹੜੇ ਕਿਸਾਨ ਐਜੀਟੇਟ ਕਰ ਰਹੇ ਹੈ, 10 ਮਹੀਨੇ ਹੋ ਗਏ, 700 ਕਿਸਾਨ ਸ਼ਹੀਦ ਹੋ ਗਿਆ, ਉਹਨਾਂ ਨੂੰ ਇੱਕ ਰਿਪਲਾਈ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ। ਜੇ ਤੁਸੀਂ ਉੱਤੇ ਪ੍ਰੋਟੈਸਟ ਕਰੋਗੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ, ਤੁਹਾਨੂੰ ਤੰਗ ਕਰਾਂਗੇ। ਤੇ ਕਲੀਅਰ ਕੱਟ ਇੱਥੋਂ ਹੋ ਜਾਂਦਾ ਹੈ। 11 ਅਕਤੂਬਰ ਕੀਤੀ, ਜਦੋਂ ਇਹਨਾਂ ਨੂੰ ਚੰਨੀ ਸਾਹਿਬ ਮਿਲ ਕੇ ਆਏ, ਚੰਨੀ ਸਾਹਿਬ ਨੇ ਉੱਥੇ ਪੂਰਾ ਜ਼ੋਰ ਲਾਇਆ ਕਿ ਕਿਸਾਨਾਂ ਦੀ ਜਿਹੜੀ ਮੰਗ ਹੈਗੀ ਉਹਨੂੰ ਪੂਰਾ ਕੀਤਾ ਜਾਵੇ। ਪ੍ਰੋਕਿਉਰਮੈਂਟ ਕੱਲ ਤੋਂ ਨਹੀਂ ਅੱਜ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਨਾਲੇ 33,000 ਕਰੋੜ CCL ਜਿਹੜਾ ਹੈਗਾ RBI ਤੋਂ ਅਸੀਂ ਸੈਂਕਸ਼ਨ ਕਰਾਇਆ ਤਾਂ ਕਿ ਪੈਡੀ ਦੀ ਪ੍ਰੋਕਿਉਰਮੈਂਟ ਹੋ ਸਕੇ। ਤਾਂ ਕਾਂਗਰਸ ਨੇ ਜਿੰਨਾ ਦਮ ਸੀਗਾ, ਜਿੰਨਾ ਜ਼ੋਰ ਸੀ, ਸਾਰਾ ਲਾਇਆ ਇਹ ਪ੍ਰੋਕਿਉਰਮੈਂਟ ਨੂੰ ਸ਼ੁਰੂ ਕਰਾਉਣ ਲਈ। ਇੱਕ ਚੀਜ਼ ਮੈਂ ਹੋਰ ਨਹੀਂ ਸਮਝ ਸਕਿਆ ਕਿ ਇਹਨਾਂ ਨੇ 11th ਆਵਰ ਤੇ ਕਿਉਂ ਇਸ ਚੀਜ਼ ਨੂੰ ਬਾਹਰ ਕੱਢਿਆ, ਅਨਾਉਂਸ ਕੀਤਾ ਕਿ ਤੁਹਾਡੀ ਪ੍ਰੋਕਿਉਰਮੈਂਟ ਡਿਲੇ ਕਰਾਂਗੇ। ਇਹ ਦੇਖੋ, ਜਾਂ ਤਾਂ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਜਾਣ ਕੇ ਕੀਤਾ ਤੰਗ ਕਰਨ ਲਈ, ਜਾਂ ਫਿਰ ਉਹਨਾਂ ਦੀ ਨੈਗਲੀਜੈਂਸ ਸੀਗੀ ਕਿ ਉਹਨਾਂ ਨੇ ਧਿਆਨ ਹੀ ਨਹੀਂ ਇਸ ਚੀਜ਼ ਨੂੰ ਰੱਖਿਆ, ਇਸ ਚੀਜ਼ ਦਾ ਰੱਖਿਆ। ਦੋਵੇਂ ਹੀ ਹਾਲਾਤਾਂ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਫੇਲਿਅਰ ਹੈ। ਉਹਨਾਂ ਦਾ ਰਵੱਈਆ ਜਿਹੜਾ ਕਿਸਾਨਾਂ ਪ੍ਰਤੀ, ਉਹ ਇਸ ਚੀਜ਼ ਨੂੰ ਦਰਸਾਉਂਦਾ ਕਿ ਕਿੰਨਾ ਮਾੜਾ ਹੈ, ਕਿੰਨਾ ਗਲਤ ਹੈ, ਕਿੰਨਾ ਵਿਰੋਧੀ ਹੈ। ਮੈਂ ਤਾਂ ਕਰਕੇ ਬੀਜੇਪੀ ਨੂੰ ਇਹੀ ਅਪੀਲ ਕਰੂੰਗਾ ਕਿ ਕਾਈਂਡਲੀ ਇਸ ਗੱਲ ਨੂੰ ਸਮਝੋ, ਬੜਾ ਗੰਭੀਰਤਾ ਨਾਲ, ਬੜਾ ਸੀਰੀਅਸਲੀ ਲਓ, ਕਿਉਂਕਿ ਬੜਾ ਸਿਸਟਮ ਹੁੰਦਾ ਹੈ। ਪੇਮੈਂਟ ਦੇਣੀ ਹੁੰਦੀ ਹੈ, ਲੈਣੀ ਹੁੰਦੀ ਹੈ, ਘਰ ਚਲਾਉਣਾ ਹੁੰਦਾ ਹੈ, ਡੇਟ ਸੈੱਟ ਕੀਤੀ ਹੁੰਦੀ ਹੈ, ਕੁਝ ਵਾਪਸ ਕਰਨੇ ਹੁੰਦੇ ਆ ਪੈਸੇ, ਉਹ ਸਾਰਾ ਸਿਸਟਮ ਹਿਲ ਜਾਂਦਾ ਹੈ ਇਹਨਾਂ ਦੀ ਇੱਕ ਘੁੱਗੀ ਕਰਕੇ, ਇੱਕ ਸਿਗਨੇਚਰਸ ਕਰਕੇ। ਤਾਂ ਮੈਂ ਇਹਨਾਂ ਨੂੰ ਕਹਿਣਾ ਕਿ ਇਹ ਕਿਸਾਨ ਹਿਤੈਸ਼ੀ ਨਾ ਤਾਂ ਸੀਗੇ ਨਾ ਹੈਗੇ ਹੈ, ਇਹ ਕਿਸਾਨ ਵਿਰੋਧੀ ਸਰਕਾਰ ਹੈ ਜਿਨ੍ਹਾਂ ਨੂੰ ਟਾਈਮ ਆਉਣ ਤੇ 2022 ਦੇ ਇਲੈਕਸ਼ਨਸ 'ਚ ਇਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪੈਣਾ। ਅਰਸ਼ਪ੍ਰੀਤ ਜੀ ਤੁਹਾਡੇ ਕੋਲ ਦੁਬਾਰਾ ਆਉਣਾ ਮੈਂ। ਸੋਹੀ ਸਾਹਿਬ ਤੁਸੀਂ ਨੋਟ ਕਰ ਲਓ ਜੀ, ਤੁਹਾਡੇ ਕੋਲ ਇਕੱਠਾ ਹੀ ਆਉਂਗਾ ਮੈਂ। ਆਪਣਾ ਮੈਂ ਕਮੈਂਟ ਲੈਣਾ ਝਿੰਜਰ ਸਾਹਿਬ ਦਾ ਵੀ, ਤੇ ਉਸ ਤੋਂ ਬਾਅਦ ਰਾਜਾ ਜੀ ਦਾ, ਫਿਰ ਮੈਂ ਤੁਹਾਡੇ ਕੋਲ। ਠੀਕ ਹੈ ਸਰਬਜੀਤ ਜੀ, ਤੁਹਾਡਾ ਪੁਆਇੰਟ ਜੀ। ਸਰਬਜੀਤ ਜੀ, ਸਰਬਜੀਤ ਜੀ ਅਕਾਲੀ ਦਲ ਤੋਂ ਆਵਾਜ਼ ਆ ਰਹੀ ਹੈ ਜੀ? लगता कुछ टेक्निकल प्रॉब्लम। थोड़े को दोबारा आना है मैं। राजा जी आम आदमी आ रही है जी, आवाज आ रही है मेरे को? हाँ जी सरबजीत जी, सरबजीत जी हाँ जी। देखो नील जी, गल तो ये है भी बीजेपी जो कर रही है देश के किसानों नाल, वो तो 10 महीने तो किसान बैठे ही ने, सारे दिल्ली दियां हदां ते बैठे ने, अपना संघर्ष लड़ रहे ने। पर जिहड़ा पहला पिछे देखो, मैं पिछे थोड़ा पास्ट दे विच जाना। पहला कणक दी जिहड़ी जदों कटाई हुई, हाड़ी दा सीजन होया, हाड़ी दे सीजन वेले पहली बारी देश के इतिहास होया, पंजाब के इतिहास होया भी महीने तो वध जिहड़ा किसान है वो मंडियां दे विच रुड़िया। लिफ्टिंग का बुरा हाल सी, क्योंकि जिन्हें प्रबंध करने, प्रबंध किने करने? सरकार ने। ते सरकार दा इत्थे आपां नूं पता ही है पंजाब दे विच हालात की ने। इत्थे ये नहीं पता भी सवेरे मुख मंत्री कौन है, शाम नूं मंत्री कौन है। सारा सिस्टम हिलिया पिया, पूरी दुनिया देख रही है। मैं सीधा मुद्दे ते आउणा, जे बीजेपी ने हले तां ਇਹ ਜਿਹੜਾ 10 ਦਿਨ ਅੱਗੇ ਕੀਤਾ, ਇਹ ਤਾਂ ਇੱਕ ਗੱਲ ਹੈ।
ਦੂਜੀ ਜਿਹੜੀ ਅਨਿਲ ਜੀ ਸਾਡੇ ਸਾਹਮਣੇ ਹੁਣ ਸਮੱਸਿਆ ਆਉਣੀ ਹੈ, ਕਿਉਂਕਿ ਪਿਛਲੇ 1 ਮਹੀਨੇ ਤੋਂ ਸਰਕਾਰ ਤਾਂ ਕੁਰਸੀ ਦੀ ਲੜਾਈ ਲੜ ਰਹੀ ਹੈ। ਕਾਂਗਰਸ ਤਾਂ ਸਾਰੀ ਖਿੱਚੋ ਤਾਣ, ਇੱਕ ਦੂਜੇ ਨੂੰ ਨੀਵਾਂ ਦਿਖਾਉਣ, ਇੱਕ ਦੂਜੇ ਨੂੰ ਕੱਢ ਕਢਈਆ ਤੇ ਕੁਰਸੀ ਖਿੱਚਣ ਪਿੱਛੇ ਲੱਗੇ ਹੋਏ ਨੇ। ਕੋਈ ਪ੍ਰਬੰਧ ਨਹੀਂ ਕੀਤਾ ਇਹਨਾਂ ਨੇ। ਜੇ ਆਪਣੀ ਜਿਹੜੀ ਖਰੀਦ ਆ ਹੁਣ ਸ਼ੁਰੂ ਵੀ ਹੋਊਗੀ, ਕੱਲ ਤੋਂ ਹੋ ਜਾਏਗੀ ਸ਼ੁਰੂ। ਤੁਸੀਂ ਹਾਲ ਦੇਖਿਓ ਮੰਡੀਆਂ 'ਚ ਕੀ ਹੋਣਾ। ਮੰਡੀਆਂ 'ਚ ਹਾਲ ਇੰਨੇ ਭੈੜੇ ਹੋਣਗੇ। ਜੇ ਕਣਕ ਦੀ ਮਹੀਨੇ ਤੱਕ ਲਿਫਟਿੰਗ ਲਈ ਜਿਹੜੇ ਕਿਸਾਨ ਨੇ ਉਹ ਮੰਡੀਆਂ 'ਚ ਰੁਲ ਸਕਦੇ ਨੇ, ਤਾਂ ਇਹ ਕਿਸਾਨ ਸਮਝ ਸਕਦੇ ਆ, ਆਪਾਂ ਸਮਝ ਸਕਦੇ ਆ ਕਿ ਝੋਨੇ ਦੀ ਜਿਹੜੀ ਲਿਫਟਿੰਗ ਆ ਉਹ ਕਿਹੜੇ ਹਾਲਾਤਾਂ 'ਚ ਹੋਏਗੀ। ਇਹ ਦਿਖਣੇ ਆਪਾਂ ਨੂੰ। ਇਹ ਜਿਹੜੇ ਧਰਨੇ ਆ ਬੰਦ ਨਹੀਂ ਹੋਣੇ ਜੇ ਕੱਲ ਤੇ ਸਟਾਰਟ ਹੋਣਾ ਕੰਮ। 4 ਦਿਨ ਬਾਅਦ ਹੀ ਧਰਨੇ ਸਟਾਰਟ ਹੋ ਜਾਣੇ ਆ, ਕਿਉਂਕਿ ਲਿਫਟਿੰਗ ਨਹੀਂ ਹੋਣੀ, ਨਾ ਬਾਰਦਾਨਾ ਆਉਣਾ, ਬਾਰਦਾਨੇ ਦੀ ਸਮੱਸਿਆ ਆਉਣੀ ਆ। ਇਹ ਜਦੋਂ ਸਰਕਾਰ ਹੈ, ਇਹ ਜਦੋਂ ਹਾੜੀ ਤੇ ਸਾਉਣ ਦਾ ਸੀਜ਼ਨ ਆਉਂਦਾ, ਉਹ ਤੋਂ ਕਈ 2 ਮਹੀਨੇ ਪਹਿਲਾਂ ਪ੍ਰਬੰਧ ਕਰਨੇ ਪੈਂਦੇ ਨੇ ਕਿ ਕਿੰਨਾ ਸਾਡਾ ਜਿਹੜਾ ਮਾਲ ਆ ਉਹ ਆ ਰਿਹਾ, ਕਿੱਦਾਂ ਅਸੀਂ ਉਹਦੀ ਬਾਰਦਾਨੇ ਦਾ ਪ੍ਰਬੰਧ ਕਰਨਾ, ਕਿੱਦਾਂ ਉਹਦੀ ਲਿਫਟਿੰਗ ਕਰਨੀ ਆ, ਕਿੱਦਾਂ ਖਰੀਦਣਾ, ਕਿੱਥੇ ਰੱਖਣਾ, ਕਿੱਥੇ ਚੱਕਣਾ। ਇਹ ਸਾਰੇ ਪ੍ਰਬੰਧ ਪਹਿਲਾਂ ਕੀਤੇ ਜਾਂਦੇ ਨੇ। ਪਰ ਕਰੂ ਕੌਣ? ਸਰਕਾਰ। ਤੇ ਸਰਕਾਰ ਕਿੱਥੇ? ਸਰਕਾਰ ਤਾਂ ਲੜਾਈ ਦੇ ਵਿੱਚ 1 ਮਹੀਨੇ ਤੋਂ। ਬੀਜੇਪੀ ਤਾਂ ਜੋ ਕਰ ਰਹੀ ਹੈ ਉਹ ਕਰ ਰਹੀ ਹੈ। ਉਹਨਾਂ ਨੇ ਤਾਂ ਮਤਰੇਈ ਪੰਜਾਬ ਨੂੰ ਮਤਰੇਈ ਮਾਲਾ ਸਲੂਕ ਕਰੀ ਰੱਖਿਆ ਸੈਂਟਰ ਨੇ। ਤਾਂ ਦੁੱਖ ਤਾਂ ਉੱਥੇ ਹੁੰਦਾ, ਦੁੱਖ ਤਾਂ ਉੱਥੇ ਲੱਗਦਾ ਕਿ ਜਿਨ੍ਹਾਂ ਨੂੰ ਪੰਜਾਬ ਦੀ ਰਾਖੀ ਲਈ ਲੋਕਾਂ ਨੇ, ਪੰਜਾਬ ਦੇ ਵੋਟਰਾਂ ਨੇ ਚੁਣ ਕੇ ਗੱਦੀ ਤੇ ਬਿਠਾਇਆ ਕਿ ਤੁਸੀਂ ਸਾਡੇ ਹੱਕਾਂ ਦੀ ਲੜਾਈ ਲੜਨੀ ਹੈ, ਤੁਸੀਂ ਸਾਨੂੰ ਜਿਹੜੇ ਅਧਿਕਾਰ ਨੇ ਉਹ ਲੈ ਕੇ ਦੇਣੇ ਨੇ। ਪਰ ਹੱਕ ਕੌਣ ਲੜੂ? ਸਰਕਾਰ। ਤੇ ਸਰਕਾਰ ਦਾ ਦੇਖੋ ਹਾਲ ਕੀ ਹੈ। ਬੜੀ ਮਦਭਾਗੀ ਗੱਲ ਹੈ। ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਦੀ ਵੀ ਨਲਾਇਕੀ ਇਹਦੇ ਵਿੱਚ। ਬੀਜੇਪੀ ਦੁਬਾਰਾ ਸਰਨੀ ਜੀ ਦੁਬਾਰਾ ਮੈਂ ਰਾਜਾ ਜੀ ਦਾ ਕਮੈਂਟ ਲੈ ਲਵਾਂ। ਰਾਜਾ ਜੀ, ਆਮ ਆਦਮੀ ਪਾਰਟੀ ਦਾ ਕਮੈਂਟ ਕਿਸ ਤਰ੍ਹਾਂ ਦੇਖ ਰਹੀ ਹੈ ਸਾਰੇ ਘਟਨਾਕ੍ਰਮ ਨੂੰ? ਰਾਜਾ ਜੀ, ਤਸਵੀਰ ਜੀ। ਪਹਿਲਾਂ ਸਭ ਤੋਂ ਬੀਜੇਪੀ ਵਾਲੇ ਪ੍ਰਵਕਤਾ ਬੋਲੇ ਆ, ਜਿੰਨੀ ਕੁ ਬੀਜੇਪੀ ਕਿਸਾਨਾਂ ਦੇ ਹਿੱਤ ਵਿੱਚ ਹੈ ਨਾ, ਉਹ ਮੈਨੂੰ ਦੱਸਣ ਦੀ ਲੋੜ ਨਹੀਂ, ਬੱਚਾ ਜਾਣ ਰਿਹਾ। ਇਹ ਬਹੁਤ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪੇਸ਼ ਕਰ ਰਹੇ ਆ। ਪਹਿਲਾਂ ਤਾਂ ਇਹਨਾਂ ਨੂੰ ਪੁੱਛੋ 25% FCI ਲੈਂਦੀ ਸੀਗੀ, ਇਹਨੀ 25% ਕੱਟ ਕੇ 5% FCI ਤੇ ਖਰੀਦਣਾ ਸਿਰਫ। ਠੀਕ ਹੈ ਜੀ। ਕਿਸਾਨਾਂ ਨੂੰ ਇਹੋ ਰੋਜ਼ ਨਿੱਤ ਟੀਕੇ ਲਾਉਂਦੇ ਆ, ਨਿੱਤ ਚੁੰਡੀਆਂ ਵੱਢਦੇ ਆ। ਇਹਨਾਂ ਮੂਹਰੇ ਅਸੀਂ ਹੱਥ ਜੋੜਦੇ ਆ, ਬਸ ਕਰੋ, ਅੰਨਦਾਤਾ ਆ, ਅੰਤ ਨਾ ਦੇਖੋ। ਅੰਤ ਦੇਖਣ ਤੇ ਆ ਗਿਆ ਤਾਂ ਬਹੁਤ ਮੰਦਾ ਹਾਲ ਹੋਵੇਗਾ। ਇਹਦਾ ਹੀ ਰੀਜ਼ਨ ਹੈ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੰਡ ਨਹੀਂ ਦਿੱਤਾ ਜਾਂਦਾ। ਦੂਸਰੀ, ਕਾਂਗਰਸ ਤੋਂ ਮੇਰੇ ਬ੍ਰਦਰ ਬੋਲ ਰਹੇ ਸੀਗੇ, 30 ਤਰੀਕ ਨੂੰ ਰਾਤ ਨੂੰ ਲੋਕ ਮੰਡੀਆਂ ਦੇ ਵਿੱਚ ਆਪਣੇ ਟਰਾਲੀਆਂ ਲੈ ਕੇ ਪਹੁੰਚ ਗਏ ਸੀ। ਉਹਨਾਂ ਨੂੰ ਨਹੀਂ ਪਤਾ ਸੀ। ਔਰ 1 ਤਰੀਕ ਨੂੰ ਸਵੇਰੇ ਕਈ ਆੜਤੀਆਂ ਨੇ ਖਰੀਦਦਾਰੀ ਵੀ ਕਰ ਲਈ। ਇਹਨੇ ਕੀ ਕੀਤਾ? ਬੀਜੇਪੀ ਤਾਂ ਜੋ ਕੀਤਾ ਸੀ ਉਹ ਕੀਤਾ ਹੀ ਸੀ। ਇਹਨੇ ਜਿਹੜੇ ਆੜਤੀਆਂ ਵਿਚਾਰਿਆਂ ਨੇ ਕੁਝ ਬੋਰੀਆਂ ਖਰੀਦੀਆਂ, ਉਹਨਾਂ ਨੂੰ ਫੜ ਕੇ ਅੰਦਰ ਦਿੱਤਾ। ਮੈਂ ਅੱਖੀਂ ਦੇਖੀ, ਕੰਨੀ ਸੁਣੀ ਨਹੀਂ ਗੱਲ। ਮੈਂ ਆਪ ਉੱਥੇ ਮੌਜੂਦ ਸੀਗਾ ਕਿ ਆੜਤੀਆਂ ਨੂੰ ਮੁੜ ਕੇ ਛਡਾ ਕੇ ਲਿਆਂਦਾ ਪਿਆ। ਹੁਣ ਆ ਗਈ ਬਾਰਦਾਨੇ ਦੀ। ਇਹ ਗੱਲ ਬਿਲਕੁਲ ਸਹੀ ਆ ਕਿ 30 ਤਰੀਕ ਰਾਤ ਤੱਕ ਬਾਰਦਾਨੇ ਦੀ ਕੋਈ ਵੀ ਇੱਕ ਵੀ ਪੰਡ ਉੱਥੇ ਨਹੀਂ ਸੀ ਮੰਡੀ ਦੇ ਵਿੱਚ। ਪੰਨ ਸਾਹਿਬ ਨੇ 22% ਖਰੀਦਣਾ ਜੀ, ਪੰਜਾਬ ਦੀ ਏਜੰਸੀ ਆ। ਠੀਕ ਹੈ ਜੀ। ਮਾਰਕਫੈਡ ਨੇ 26%, ਬੀਅਰ ਹਾਊਸ ਨੇ 13%, ਤਾਂ 34% ਖਰੀਦਣਾ ਆ ਇੱਕ ਹੋਰ ਏਜੰਸੀ ਨੇ। 100% ਹੈ। ਸਾਰੀਆਂ ਮੋਸਟਲੀ 95% ਜਿਹੜੀਆਂ ਏਜੰਸੀਆਂ ਉਹ ਪੰਜਾਬ ਦੀਆਂ ਅੱਜ ਨਹੀਂ ਖਰੀਦਣਾ। ਅੱਜ ਤੱਕ ਆੜਤੀਆਂ ਨਾਲ 1 ਤਰੀਕ ਤੱਕ ਵੀ ਇਹਨੀ ਕੋਈ ਵੀ ਮੀਟਿੰਗ ਨਹੀਂ ਹੋਈ ਸੀਗੀ ਕਿਸੇ ਏਜੰਸੀ, ਕੋਈ ਇਹਨੀ ਅਲਾਟਮੈਂਟ ਦਾ ਨਹੀਂ ਕੀਤਾ ਸੀ, ਕੋਈ ਕੁਛ ਨਹੀਂ ਕੀਤਾ ਸੀ। ਇਹ ਸਿਰਫ ਕਾਂਗਰਸ ਵੀ ਆਪਣੀ ਕਹਿ ਲਓ ਨਕੰਮੇਪਨ ਨੂੰ ਲੁਕਾਉਣ ਲਈ ਇਹ ਡਰਾਮੇਬਾਜ਼ੀ ਕਰਦੀ ਆ। ਤਾਂ ਹੁੰਦਾ ਕੀ ਆ, ਮਾੜੀ ਕਿਸਮਤ ਕੀ ਆ ਕਿ ਜਿਹੜੇ ਇਹਨਾਂ ਦੇ ਮੰਤਰੀ ਸਾਹਿਬਾਨ ਹਲਕਿਆਂ 'ਚ ਬੈਠੇ ਆ ਜਾਂ MLA ਬੈਠੇ ਆ, ਪਿਛਲੇ ਸਮੇਂ 'ਚ ਵੀ ਏਦਾਂ ਹੀ ਹੁੰਦਾ ਰਿਹਾ ਅਕਾਲੀ ਬੀਜੇਪੀ। ਇਹ ਨਹੀਂ ਹੁਣ ਬਾਰਦਾਨਾ ਜਿਹੜਾ ਆ ਉਹ ਆਪਣੇ ਜਿਹੜੇ ਇਹਨਾਂ ਦੇ ਆੜਤੀਏ ਚਹੇਤੇ ਆ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ, ਦੂਜਿਆਂ ਨੂੰ ਫੇਰ ਨਹੀਂ ਮਿਲਣਾ। ਕਿਸਾਨ ਦੀ ਖੱਜਲ ਖੁਜਾਰੀ ਫੇਰ ਦੁਬਾਰਾ ਹੋਣੀ ਆ।
ठीक है जसवीर जी आना ਤੁਹਾਡੇ ਕੋਲ ਪੁਆਇੰਟ ਆ ਗਿਆ ਤੁਹਾਡਾ। ਗੁਰਧਿਆਨ ਜੀ ਬੀਜੇਪੀ ਵੱਲੋਂ ਪੁਆਇੰਟ ਆਇਆ ਹੈ ਕਿ ਇੱਕ ਤਾਂ ਉਹਨਾਂ ਨੂੰ ਜੋ ਰਿਪੋਰਟ ਸੀ ਕਿ ਮੰਡੀਆਂ 'ਚ ਤਿਆਰੀ ਨਹੀਂ ਹੈ, ਦੂਸਰਾ ਮੋਇਸਚਰ ਦੀ ਗੱਲ ਉਹਨਾਂ ਨੇ ਕੀਤੀ ਹੈ, ਤੇ ਉਧਰ ਅਰਸ਼ਪ੍ਰੀਤ ਜੀ ਕਾਂਗਰਸ ਵੱਲੋਂ ਕਹਿ ਰਹੇ ਕਿ ਪੂਰੀ ਤਿਆਰੀ ਸੀ, ਬੀਜੇਪੀ ਨੇ ਜਾਣਬੁੱਝ ਕੇ ਕੀਤਾ। ਤੁਹਾਨੂੰ ਕੀ ਲੱਗਦਾ ਜੀ ਗਰਾਊਂਡ ਰਿਐਲਿਟੀ ਕੀ ਹੈ, ਤਿਆਰੀ ਹੈ ਪੂਰੀ, ਤੇ ਜੋ ਕੁਝ ਘਟਨਾਕ੍ਰਮ ਚੱਲਿਆ ਉਹਦੇ ਪਿੱਛੇ ਕੀ ਲੱਗਦਾ? ਗੁਰਧਿਆਨ ਜੀ लगता फिर कनेक्टिविटी प्रॉब्लम आ रही है। हाँ जी सोही साहब ਤੁਸੀਂ ਕਰ ਲਓ ਜੀ, ਹੁਣ ਆਪਣਾ ਪੁਆਇੰਟ ਤੁਸੀਂ ਰੱਖ ਲਓ, ਤੁਸੀਂ ਪਹਿਲਾਂ ਗੱਲ ਕਰਨਾ ਚਾਹੁੰਦੇ ਸੀ। ਸੋਹੀ ਸਾਹਿਬ ਤੁਹਾਨੂੰ ਅਨਿਲ ਜੀ ਉਹੀ ਜੇ ਹੁਣ ਦੋਨਾਂ ਜਿਹੜੇ ਆਪਣੇ ਅਕਾਲੀ ਦਲ ਵਾਲੇ ਵੀ ਬੁਲਾਰੇ ਤੇ ਜਿਹੜੇ ਆਮ ਪਾਰਟੀ ਵਾਲੇ ਬੁਲਾਰੇ ਵੀ ਨੇ, ਤੇ ਹੁਣ ਕਿਸਾਨ ਵੀਰ ਨੂੰ ਵੀ ਤੁਸੀਂ ਜਦੋਂ ਲਾਈਨ ਤੇ ਲੈ ਲਓਗੇ, ਉਹ ਚਾਹੇ ਮਿਊਟ ਹੋਏ ਹੋਏ ਨੇ, ਉਹ ਸਾਰੇ ਹੀ ਇਸ ਗੱਲ ਦੇ ਹਾਮੀ ਨੇ ਕਿ ਸਰਕਾਰ ਜਦੋਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਤਿਆਰੀ ਨਹੀਂ ਸੀ ਕੀਤੀ ਗਈ, ਤੇ ਜਦੋਂ ਹੁਣ ਝੋਨਾ ਕੱਲ ਤੋਂ ਆਣਾ ਮੰਡੀਆਂ 'ਚ ਸ਼ੁਰੂ ਹੋ ਜਾਣਾ ਹੈ ਤੇ ਖਰੀਦ ਜਦੋਂ ਸ਼ੁਰੂ ਹੋ ਜਾਣੀ ਹੈ, ਤੁਸੀਂ ਦੇਖੋਗੇ ਤਰਾਹੀਮਾਮ ਹੋ ਜਾਣਾ, ਕਿਉਂਕਿ ਇਹਨਾਂ ਕੋਲ 3 ਦਿਨ ਪਹਿਲਾਂ ਮੰਤਰੀ ਬਣਿਆ, 5 ਮੁੱਖ ਮੰਤਰੀ ਇਹਨਾਂ ਨੇ ਇੱਕ ਦਿਹਾੜੀ 'ਚ ਬਣਾਤੇ ਤੇ ਲਾਤੇ। ਫਿਰ ਇਹਨਾਂ ਦਾ ਜਿਹੜਾ ਮੰਡੀ ਦਾ ਡਾਇਰੈਕਟਰ ਹੈ ਉਹ ਇਹਨਾਂ ਨੇ 3 ਦਿਨ ਪਹਿਲਾਂ ਅਜੇ ਅਪਾਇੰਟ ਕੀਤਾ। ਕੋਈ ਤਿਆਰੀ ਇਹਨਾਂ ਕੋਲ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਹੈਗੀ, ਕਿਸੇ ਏਜੰਸੀ ਨਾਲ ਕੋਈ ਤਾਲਮੇਲ ਨਹੀਂ ਹੈਗਾ, ਈਵਨ ਟਰਾਂਸਪੋਰਟ ਦੇ ਕੰਟਰੈਕਟ ਨਹੀਂ ਕੋਈ ਕੀਤੇ ਗਏ ਹੈਗੇ। ਇਸ ਕਰਕੇ ਦੇਖੋ ਸਾਡੇ ਕੋਲ ਹਿੰਦੁਸਤਾਨ ਦੀ ਸਰਕਾਰ ਨੇ ਤੇ ਲਿਮਿਟ ਇਹਨਾਂ ਨੂੰ ਦੇਣੀ ਸੀ, ਲਿਮਿਟ ਇਹਨਾਂ ਨੇ ਆਪੇ ਅਰਸ਼ਪ੍ਰੀਤ ਹੋਣਾ ਮੰਗਿਆ ਕਿ ਲਿਮਿਟ ਅਸੀਂ ਆਲਰੇਡੀ ਦੇ ਚੁੱਕੇ ਹਾਂ। ਜਦੋਂ ਲਿਮਿਟ ਦੇ ਚੁੱਕੇ ਹਾਂ, ਸਾਡੀ ਨੀਅਤ ਤੇ ਨੀਤੀ ਦੋਨੋਂ ਸਾਫ਼ ਨੇ। ਅਸੀਂ ਇੱਕ ਦਾਣਾ ਪੰਜਾਬ ਦੇ ਕਿਸਾਨਾਂ ਦਾ ਚੱਕਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ, ਆ ਪੰਜਾਬ ਦੇ ਕਿਸਾਨਾਂ ਵਾਸਤੇ ਖੁਸ਼ਖਬਰੀ ਦੀ ਗੱਲ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਮੰਡੀ 'ਚ ਜਾ ਕੇ ਆਇਆ ਤੇ ਪਿਛਲੇ ਵਰੇ 1509 ਦਾ ਜਿਹੜਾ ਰੇਟ ਸੀਗਾ ਉਹ 2200-2300 ਰੁਪਇਆ ਚੱਲਦਾ ਰਿਹਾ ਸਾਰਾ ਸਾਲ। ਐਤਕੀ 1509 ਦਾ ਰੇਟ ਹੀ ਜਿਹੜਾ ਵਾ 2700-2800 ਰੁਪਏ ਖੁੱਲਾ ਹੈ ਤੇ 3200-3300 ਰੁਪਏ ਨੂੰ 1509 ਵਿਕਦੀ ਪਈ ਹੈ। ਸਾਡੇ ਕਿਸਾਨ ਵੀਰੋ, ਬੀਜੇਪੀ ਹਮੇਸ਼ਾ ਹੀ ਕਿਸਾਨ ਹਿਤੈਸ਼ੀ ਰਹੀ ਹੈ। ਤੁਹਾਨੂੰ ਵਰਗਲਾਉਣ ਤੇ ਭਟਕਾਉਣ ਦਾ ਕੰਮ ਜਿਹੜੇ ਪੋਲੀਟੀਕਲ ਪਾਰਟੀਆਂ ਕਰ ਰਹੇ ਨੇ, ਉਹਨਾਂ ਦੀ ਨੀਅਤ ਤੇ ਨੀਤੀ ਆਪਣੇ ਆਪ ਦੇਖ ਲਓ, ਤੁਹਾਡੇ ਸਾਹਮਣੇ ਨਜ਼ਰ ਆ ਜਾਣੀ ਹੈ। ਅਸੀਂ ਫਿਰ ਵੀ ਤੁਹਾਨੂੰ ਪ੍ਰੋਮਿਸ ਕਰਦੇ ਹਾਂ, ਇੱਕ ਦਾਣਾ ਤੁਹਾਡਾ ਚੱਕਾਂਗੇ, ਤੁਹਾਡੀ ਖੱਜਲ ਖਰਾਬੀ ਕੋਸ਼ਿਸ਼ ਕਰਾਂਗੇ ਕਿ ਨਾ ਹੋਵੇ, ਚਾਹੇ ਸਾਨੂੰ ਜਿੱਦਾਂ ਦੇ ਮਰਜ਼ੀ ਤਰੀਕੇ ਜਿਹੜੇ ਨੇ ਅਪਣਾਣੇ ਪੈਣ। ਮੈਂ ਉਹੀ ਦੱਸਣਾ ਚਾਹੁੰਦਾ, ਪੰਜਾਬ ਸਰਕਾਰ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਕਿ ਤੁਸੀਂ ਪਲੀਜ਼ ਆ ਜਿਹੜੇ ਸਾਡੇ ਕਿਸਾਨ ਵੀਰ ਮੰਡੀਆਂ 'ਚ ਫਸਲ ਆਪਣੀ ਲੈ ਕੇ ਆਉਣਗੇ, ਉਚਿਤ ਪ੍ਰਬੰਧ ਕਰ ਲਓ। ਮੈਨੂੰ ਯਾਦ ਹੈ ਜਦੋਂ ਕਣਕ ਦੀ ਖਰੀਦ ਹੋਈ ਸੀਗੀ ਤੇ ਮੈਂ ਇਹਨਾਂ ਦੇ ਜਿਹੜੇ ਮੰਤਰੀ ਸੀਗੇ, ਜਿਹੜੇ ਬਕਾਇਦਾ ਐਤਕੀ ਦੇ ਉਹ ਮੰਤਰੀ ਨੇ, ਉਹਨਾਂ ਨੂੰ ਕਈ ਵਾਰੀ ਫੋਨ ਕਰਕੇ ਆਪਣੀ ਖੁਦ ਦੀ ਫਸਲ ਚੁਕਾਉਣ ਵਾਸਤੇ, ਬਾਰਦਾਨੇ ਵਾਸਤੇ ਰਿਕੁਐਸਟ ਕੀਤੀ ਸੀ ਕਿ ਬਾਰਦਾਨਾ ਸਾਨੂੰ ਦੇ ਦਿਓ, ਸਾਡੇ ਕੋਲ ਬਾਰਦਾਨੇ ਦੀ ਕਮੀ ਹੈਗੀ ਹੈ। ਐਤਕੀ ਸਰਕਾਰ ਦਾ ਅਨਿਲ ਜੀ ਤੁਹਾਨੂੰ ਖੁਦ ਪਤਾ ਵੀ ਐਤਕੀ ਸਰਕਾਰ ਦਾ ਕੁਝ ਪਤਾ ਹੀ ਨਹੀਂ ਹੈ। ਅਜੇ ਵੀ ਸਰਕਾਰ ਜਿਹੜੀ ਹੈ ਸਸਪੈਂਡਡ ਲਿੰਬੋ 'ਚ ਹੈ। ਇਹਨਾਂ ਨੂੰ ਪਤਾ ਨਹੀਂ ਹੈ ਵੀ ਕੱਲ ਮੰਤਰੀਆਂ ਦੇ ਵਿਭਾਗ ਜਿਹੜੇ ਨੇ ਕੀ ਪਤਾ ਕੱਲ ਨੂੰ ਚੇਂਜ ਹੀ ਨਾ ਹੋ ਜਾਣ, ਕਿਉਂਕਿ ਸਿੱਧੂ ਸਾਹਿਬ ਨਾਰਾਜ਼ ਹੋ ਕੇ ਆਪਣੇ ਘਰ ਬੈਠੇ ਨੇ ਕਿ ਫਲਾਣੇ ਮੰਤਰੀ ਦਾ ਜਿਹੜਾ ਕਰਪਸ਼ਨ 'ਚ ਇਨਵੋਲਵ ਸੀਗਾ, ਫਲਾਣਾ ਕਰਪਸ਼ਨ 'ਚ ਇਨਵੋਲਵ ਸੀਗਾ। ਨਹੀਂ, ਜਿਹੜਾ ਮੰਤਰੀ ਇਹਦੇ ਨਾਲ ਅਨਿਲ ਜੀ ਇੱਕ ਲਾਸਟ ਕੁਐਸਚਨ 30 ਸੈਕਿੰਡ, ਜਿਹੜਾ ਮੰਤਰੀ ਇਹ ਫਸਲ ਵਾਸਤੇ ਜਿਹੜਾ ਡਿਪਾਰਟਮੈਂਟ ਹੈਗਾ ਉਹਦੇ ਉੱਪਰ ਵੀ ਸਿੱਧੂ ਸਾਹਿਬ ਨੇ ਕਿੰਤੂ ਪਰੰਤੂ ਕੀਤਾ ਹੋਇਆ। ਕੱਲ ਨੂੰ ਆ ਨਾ ਹੋ ਜਾਵੇ ਕਿ ਕਿਤੇ ਮੰਤਰੀ ਚੇਂਜ ਹੋ ਜਾਵੇ ਤੇ ਫਿਰ ਸਾਰੇ ਪ੍ਰਬੰਧ ਜਿਹੜੇ ਨੇ ਉੱਥੇ ਹੀ ਰਹਿ ਜਾਣ। ਇਸ ਕਰਕੇ ਕਿਸਾਨ ਵੀਰੋ, ਤੁਹਾਨੂੰ ਆ ਸੋਚ ਕੇ ਚੱਲਣਾ ਪੈਣਾ ਹੈ ਕਿ ਕਾਂਗਰਸ ਦੀ ਸਰਕਾਰ ਤੁਹਾਨੂੰ ਰੁਲਾਉਣ ਵਾਸਤੇ ਇਸ ਵਕਤ ਭੇਜੇ ਤੇ ਹੈਗੀ ਹੈ। ਹਿੰਦੁਸਤਾਨ ਦੀ ਸਰਕਾਰ ਤੁਹਾਡੇ ਨਾਲ ਖੜੇਗੀ ਤੇ ਹਮੇਸ਼ਾ ਤੁਹਾਡੇ ਨਾਲ ਖੜਨ ਨੂੰ ਤਿਆਰ ਹੈ। ਪੁਆਇੰਟ ਆ ਗਿਆ ਕਮਲਜੀਤ ਜੀ। ਅਰਸ਼ਪ੍ਰੀਤ ਜੀ ਗੱਲਾਂ ਕਈ ਆ ਗਈਆਂ ਜੀ, ਸਵਾਲ ਰਾਜਾ ਜੀ ਨੇ ਵੀ ਚੱਕੇ ਆ, ਸਵਾਲ ਸਰਬਜੀਤ ਜੀ ਨੇ ਵੀ ਚੱਕੇ, ਸਵਾਲ ਸੋਈ ਸਾਹਿਬ ਨੇ ਵੀ ਖੜਿਆ ਸਾਹਿਬ। ਪਹਿਲਾਂ ਦੇਖੋ, ਇਹ ਕਹਿ ਰਿਹਾ ਕਿ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ, ਇਹ ਸਟੇਟਮੈਂਟ ਬੜੀ ਗਲਤ ਹੈ। ਤੇ ਅਨਿਲ ਜੀ ਬੈਕਗ੍ਰਾਉਂਡ ਨੋਇਜ਼ ਬੜੀ ਆ ਰਹੀ ਹੈ, ਥੋੜੀ ਲੱਗਦਾ ਕਿਤੇ। ਹਾਂ ਤੁਸੀਂ ਕੰਟੀਨਿਊ ਕਰੋ ਆਪਣਾ ਟੈਕਨੀਕਲ ਚੈੱਕ ਕਰੋ ਜੀ। ਜੇ ਕਾਈਂਡਲੀ ਪੈਨਲਿਸਟ ਆਪਦੇ ਆਪ ਨੂੰ ਮਿਊਟ ਕਰ ਲੈਣ, ਹਟ ਜੂਗੀ, ਹੁਣ ਬੈਟਰ ਹੈ। ਦੇਖੋ ਪਹਿਲੀ ਗੱਲ ਤਾਂ ਇਹ ਕਹਿ ਰਹੇ ਕਿ ਕਾਂਗਰਸ ਕਿਸਾਨਾਂ ਦੇ ਨਾਲ ਨਹੀਂ ਖੜੀ, ਇਹ ਸਟੇਟਮੈਂਟ ਬੜੀ ਗਲਤ ਹੈ, ਕਿਉਂਕਿ ਕਾਂਗਰਸ ਉਹ ਪਾਰਟੀ ਹੈ ਜਿਹਨੇ ਆਲਰੇਡੀ ਜਿਹੜਾ CCL ਹੈਗਾ
ਹਜ਼ਾਰਾਂ ਕਰੋੜਾਂ ਦਾ, ਟੂ ਬੀ ਸਪੈਸੀਫਿਕ 35,713 ਕਰੋੜ ਦਾ CCL RBI ਤੋਂ ਸੈਂਕਸ਼ਨ ਕਰਵਾਇਆ ਹੈ ਤਾਂ ਕਿ ਪ੍ਰੋਕਿਉਰਮੈਂਟ ਹੋ ਸਕੇ ਕਿਸਾਨਾਂ ਦੀ, ਪੈਡੀ ਦੀ। ਤੇ ਇਹ ਕਹਿ ਰਿਹਾ ਕਿ ਕਿਸਾਨਾਂ ਨਾਲ ਨਹੀਂ ਖੜੀ। ਇਹ ਗੱਲ ਕਰਦੇ ਹਵਾ 'ਚ, ਕਾਂਗਰਸ ਗੱਲ ਕਰਦੀ ਹੈ ਫੈਕਟ ਬੇਸਡ। ਦੂਜਾ ਫੈਕਟ ਦੱਸ ਦਿੰਦਾ, ਇਹ ਪਹਿਲਾਂ ਵੀ ਜਦੋਂ ਪਿਛਲੀ ਵਾਰੀ ਸੈਂਟਰ ਨੇ ਪ੍ਰੋਕਿਉਰਮੈਂਟ ਕਰਨੀ ਸੀਗੀ ਨਾ, ਉਹਨਾਂ ਨੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਨਿਵਾਸੀਆਂ ਨੂੰ ਇਹ ਚੀਜ਼ ਕਹੀ ਕਿ ਜੇ ਤੁਸੀਂ ਡਿਜੀਟਾਈਜੇਸ਼ਨ ਆਫ MSP ਨੂੰ ਕਬੂਲ ਨਹੀਂ ਕਰੋਗੇ ਤਾਂ ਤੁਹਾਡੀ ਪ੍ਰੋਕਿਉਰਮੈਂਟ ਅਸੀਂ 1% ਵੀ ਨਹੀਂ ਕਰਨੀ, ਬੈਠੇ ਰਹੋ। ਉਦੋਂ ਕਾਂਗਰਸ ਨੇ ਠੋਕ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਸੀਗੇ ਤੇ ਉਸ ਚੀਜ਼ ਨੂੰ ਵੀ ਅਸੀਂ ਰਿਬਟ ਕੀਤਾ। ਤੀਜੀ ਗੱਲ, ਜਦੋਂ ਐਂਟੀ ਫਾਰਮ ਬਿਲਸ, ਕ੍ਰਿਸ਼ੀ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਬਿਲਸ ਪਾਸ ਕੀਤੇ, ਉਹਨਾਂ ਨੂੰ ਰੱਦ ਕਰਨ ਲਈ ਅਸੀਂ ਪਹਿਲੀ ਪਾਰਟੀ ਸੀ ਪੂਰੇ ਦੇਸ਼ ਦੇ ਵਿੱਚ ਜਿਹਨੇ ਇਹ ਚੀਜ਼ ਨੂੰ ਕੀਤਾ। ਉਹ ਗਵਰਨਰ ਨੇ ਸਾਨੂੰ ਅਸੈਂਟ ਨਹੀਂ ਦਿੱਤਾ ਸੀ ਉਸ ਚੀਜ਼ ਦਾ। 20 ਅਕਤੂਬਰ 2020 ਨੂੰ ਅਸੀਂ ਪਾਸ ਕੀਤੇ ਐਂਟੀ ਫਾਰਮ ਲਾਜ਼, ਕ੍ਰਿਸ਼ੀ ਕਾਨੂੰਨਾਂ ਖਿਲਾਫ ਬਿਲਸ, ਉਹਨਾਂ ਨੂੰ ਰੱਦ ਕਰਨ ਲਈ, ਕਿਉਂਕਿ ਉਹ ਨਹੀਂ, ਦੇ ਡਿਡ ਨਾਟ ਰੀਪ ਅ ਫਰੂਟ। ਐਤਕੀ ਫੇਰ ਕਰਨ ਜਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਇਆ ਜਾ ਸਕੇ। ਚੌਥਾ, ਕੈਪਟਨ ਸਾਹਿਬ ਪਹਿਲਾਂ ਜਾ ਕੇ ਮੋਦੀ, ਅਮਿਤ ਸ਼ਾਹ ਸਾਹਿਬ ਨੂੰ ਮਿਲੇ, ਉਹਨਾਂ ਨੇ ਡਿਮਾਂਡ ਕੀਤਾ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰੋ, ਜਿਹੜੇ MSP ਦੀ ਗਾਰੰਟੀ ਦਿਓ। ਚੰਨੀ ਸਾਹਿਬ ਜਾ ਕੇ ਆਪ ਉੱਥੇ ਮਿਲੇ, ਇਹ ਕਹਿ ਰਹੇ, ਗੱਲਾਂ ਕਰ ਰਹੇ ਕਿ ਪੰਜਾਬ ਸਰਕਾਰ ਬਿਜ਼ੀ ਬੜੀ ਹੈ ਇੰਟਰਨਲ ਮੈਟਰ ਨੂੰ ਸੋਲਵ ਕਰਨ 'ਚ। ਪਹਿਲੀ ਗੱਲ, ਇੰਟਰਨਲ ਮੈਟਰ ਹੈ, ਘਰ ਦਾ ਮਾਮਲਾ ਹੈ, ਇੱਥੇ ਮਤਭੇਦ ਹੈ, ਮਨਭੇਦ ਨਹੀਂ ਹੈਗਾ। ਮਤਭੇਦ ਕਿਸ ਚੀਜ਼ ਨੂੰ ਲੈ ਕੇ ਹੈ ਵੀ ਬੈਟਰ ਡਿਲੀਵਰੀ ਕੰਮਾਂ ਦੀ ਕਿਵੇਂ ਕੀਤੀ ਜਾ ਸਕਦੀ ਹੈ, ਜਲਦੀ ਤੋਂ ਜਲਦੀ ਕਿਵੇਂ ਕੀਤੀ ਜਾ ਸਕਦੀ ਹੈ ਤੇ ਪੰਜਾਬ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ ਹੈ। ਪਾਰਟੀ ਯੂਨਿਟ, ਗਵਰਨਮੈਂਟ ਯੂਨਿਟ, ਦੋ ਡਿਫਰੈਂਟ ਚੀਜ਼ਾਂ ਹੁੰਦੀਆਂ। ਪੰਜਾਬ ਦਾ ਨਾਮ ਸੁਣਾ ਨਾ ਮਾਰੋ। ਮੈਂ ਸਿਰਫ ਇੰਨੀ ਚੀਜ਼ ਸਮਝਾ ਦੇਣਾ ਚਾਹਣਾ ਇਹਨਾਂ ਨੂੰ, ਕਾਈਂਡਲੀ ਸੁਣ ਲਓ। ਮੈਂ ਸਿਰਫ ਇੰਨੀ ਚੀਜ਼, ਜੀ ਮੈਂ ਸਿਰਫ ਇੰਨਾ ਸਮਝਾ ਦੇਣਾ ਚਾਹਣਾ ਇਹਨਾਂ ਨੂੰ। ਪਾਰਟੀ ਯੂਨਿਟ ਜਿਹੜੀ ਪਾਰਟੀ ਆਰਗੇਨਾਈਜੇਸ਼ਨ ਹੈ ਜਿਹਦੇ ਸਿੱਧੂ ਸਾਹਿਬ ਚੀਫ ਸੀ, ਉਹ ਪਾਰਟੀ ਦਾ ਡੋਮੇਨ ਹੈ। ਗਵਰਨਮੈਂਟ ਡੋਮੇਨ ਪਰਫੈਕਟਲੀ ਫੰਕਸ਼ਨਲ ਹੈ। ਸਾਡੀ ਸਰਕਾਰ ਕੰਮ ਕਰ ਰਹੀ ਹੈ, ਗਰੀਬਾਂ ਦੇ ਘਰ ਪੈਣੇ ਸ਼ੁਰੂ ਹੋ ਗਏ, ਬਿਜਲੀ ਦੇ, ਪਾਣੀ ਦੇ ਬਿੱਲ ਮਾਫ ਹੋ ਗਏ, ਪੈਸਟੀਸਾਈਡਸ ਮੁਫਤ ਕਰਤੇ ਪੰਜਾਬ 'ਚ, ਪਹਿਲੀ ਵਾਰੀ ਹੋਇਆ ਇਹ ਚੀਜ਼। ਨਾਲੇ ਮੈਡੀਕਲ ਇੰਸਟੀਟਿਊਸ਼ਨਸ ਨੂੰ ਪੈਸੇ ਦਿੱਤੇ ਇੰਫਰਾਸਟ੍ਰਕਚਰ ਡਿਵੈਲਪ ਕਰਨ ਲਈ। ਹਜੇ ਕਹਿ ਰਿਹਾ ਹੈ ਵੀ ਆਪਣਾ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ, ਤਾਂ ਪਲੀਜ਼ ਗੈਟ ਅ ਫੈਕਟ ਸਟ੍ਰੇਟ। ਲਾਸਟ ਗੱਲ ਕਰਨੀ ਚਾਹਣਾ ਹੈ, ਕਿੰਨੀ ਗੱਲ ਕਰ ਰਹੇ ਜੀ ਉਸ ਟਾਈਮ ਤੁਸੀਂ ਆਪਣਾ ਪੁਆਇੰਟ ਸੁਣ ਲਓ ਚੈਨਲ ਤੇ ਬੋਲੀ ਜਾ ਰਹੇ ਨੇ। ਬੀਜੇਪੀ ਨੂੰ ਮੈਂ ਸਿਰਫ ਇਹਨਾਂ ਸੋਈ ਸਾਹਿਬ ਆ ਰਹੇ ਹੋ, ਅਨਿਲ ਜੀ ਇੱਕ ਮਿੰਟ ਮੈਨੂੰ ਤਾਂ ਮੈਂ ਕਲੀਅਰ ਕਰਨਾ ਚਾਹਣਾ ਗੱਲ, ਮੇਰੀ ਗੱਲ ਸੁਣ ਲਓ ਕਾਈਂਡਲੀ। ਜਿਹੜੇ ਗੁਰਤਿਆਨ ਜੀ ਇਹਨਾਂ ਕੋਲ ਪਹਿਲੇ ਕਨੈਕਟੀਵਿਟੀ ਸੀ ਆ ਰਹੇ ਤੁਹਾਡੇ ਕੋਲ, ਕਾਈਂਡਲੀ ਮੇਰੀ ਗੱਲ ਸੁਣ ਲਓ। ਦੇਖੋ ਮੈਂ ਤੁਹਾਡੇ ਟਾਈਮ ਥੋੜਾ ਸ਼ਾਰਟ ਕਰ ਲੈਣਾ, ਬਹੁਤ ਵਧੀਆ ਟਾਈਮ ਕੱਟ ਰਿਹਾ। ਦੇਖੋ ਮੇਰੀ ਗੱਲ ਸੁਣ ਲਓ, ਮੈਂ ਇੱਕ ਚੀਜ਼ ਕਹੂੰਗਾ, ਜੇ ਮੇਰੇ ਟਾਈਮ 'ਚ ਇੰਟਰਪਟ ਕਰੋਗੇ ਮੈਂ ਮਜਬੂਰਨ ਤੁਹਾਡੇ ਟਾਈਮ 'ਚ ਬੋਲੂੰਗਾ ਤੇ ਲਗਾਤਾਰ ਬੋਲੂੰਗਾ। ਦੂਜੀ ਗੱਲ ਇਹ ਹੈ, ਸੋਈ ਸਾਹਿਬ ਆ ਰਹੇ ਹੋ, ਤੁਹਾਡਾ ਟਾਈਮ ਆ ਰਿਹਾ। ਆਮ ਦੇਖੋ, ਬਸ ਲਾਸਟ ਕੰਕਲੂਡ ਕਰ ਰਿਹਾ ਹੈ, ਮਜਬੂਰਨ ਤੁਹਾਡੇ ਟਾਈਮ 'ਚ ਮੈਂ ਤੋਂ ਬੁਲਵਾਉਂਗੇ, ਕਾਈਂਡਲੀ ਇੰਟਰਪਟ ਨਾ ਕਰੋ। ਦੇਖੋ ਆਮ ਆਦਮੀ ਪਾਰਟੀ ਬੜੀ ਸਮੂਥਲੀ ਚਲਾਣਾ, ਆਮ ਆਦਮੀ ਪਾਰਟੀ ਨੇ 23 ਨਵੰਬਰ ਨੂੰ 2020 ਆਪਦੀ ਵਿਧਾਨ ਸਭਾ ਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਨੂੰ ਪਾਸ ਕੀਤਾ, ਐਕਸਪੋਜ਼ ਕਰਤਾ ਆਮ ਆਦਮੀ ਪਾਰਟੀ ਨੂੰ। ਇੱਕ ਕਿਸਾਨ ਵਿਰੋਧੀ ਨੇ, ਬੀਜੇਪੀ ਨੇ ਤਾਂ ਕ੍ਰਿਸ਼ੀ ਕਾਨੂੰਨਾਂ ਦਾ ਇਜਾਜ਼ ਕੀਤਾ, ਇਹ ਐਕਸਪੋਜ਼ ਹੋ ਗਏ। ਅਕਾਲੀ ਦਲ ਨੇ ਕੰਟਰੈਕਟ ਫਾਰਮਿੰਗ ਐਕਟ 2013 ਦੇ ਵਿੱਚ ਲੈ ਕੇ ਆਏ, 4 ਸਾਲ ਦੀ ਸਜ਼ਾ ਹੋ ਸਕਦੀ ਸੀ ਕਿਸਾਨਾਂ ਨੂੰ। ਇਹਨਾਂ ਨੇ ਕ੍ਰਿਸ਼ੀ ਕਾਨੂੰਨਾਂ ਦੇ ਹੱਕ 'ਚ ਵੀਡੀਓਜ਼ ਬਣਾਈਆਂ ਤੇ ਐਤਕੀ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ। ਤੇ ਕਾਂਗਰਸ ਪਾਰਟੀ ਹੈ ਜਿਹੜੀ ਉਦੋਂ ਵੀ ਖੜਦੀ ਰਹੀ ਹੈ, ਅੱਜ ਵੀ ਖੜਦੀ ਰਹੀ ਹੈ ਤੇ ਅੱਗੇ ਵੀ ਕਿਸਾਨਾਂ ਨਾਲ ਖੜਦੀ ਰਹੂਗੀ ਤੇ ਲੜਦੀ ਰਹੂਗੀ। ਤੁਹਾਡੀ ਗੱਲ ਆ ਗਈ ਤੁਹਾਡੀ। ਸਰਬਜੀਤ ਜੀ ਮੈਂ ਤੁਹਾਡੇ ਕੋਲ ਆਉਣਾ। ਗੁਰਤਿਆਨ ਜੀ ਆਵਾਜ਼ ਆ ਰਹੀ ਹੈ? ਗੁਰਤਿਆਨ ਜੀ, ਹਾਂਜੀ ਸਰ। ਗੁਰਤਿਆਨ ਜੀ ਗੱਲ ਆਈ, ਪਹਿਲਾਂ ਆਵਾਜ਼ ਨਹੀਂ ਸੀ ਆ ਰਹੀ। ਗੱਲ ਇਹ ਹੈਗੀ ਕਿ ਬੀਜੇਪੀ ਕਹਿ ਰਹੀ ਹੈ, ਅਕਾਲੀ ਦਲ ਕਹਿ ਰਿਹਾ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਨਹੀਂ ਹੈ, ਮੰਡੀਆਂ ਦੇ ਵਿੱਚ ਬਾਰਦਾਨੇ ਦੀ ਕਮੀ ਹੈ, ਮੰਡੀਆਂ ਦੇ ਵਿੱਚ ਹੋਰ ਪ੍ਰਬੰਧ ਜਿਹੜੇ ਹੋਣੇ ਚਾਹੀਦੇ ਉਹ ਪ੍ਰੋਪਰ ਨਹੀਂ ਹੈ। ਕਾਂਗਰਸ ਦਾ ਹੈ ਕਿ ਪ੍ਰਬੰਧ ਕੰਪਲੀਟ ਹੈ, ਸਾਰਾ ਕੁਝ ਹੈਗਾ। ਦੂਜਾ ਬੀਜੇਪੀ ਵੱਲੋਂ ਆਇਆ ਕਿ ਇਸ ਕਰਕੇ ਫੈਸਲਾ ਆਇਆ ਸੀ ਕਿ ਮੋਇਸਚਰ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੁਹਾਨੂੰ ਕੀ ਲੱਗਦਾ ਜੀ, ਮੰਡੀਆਂ 'ਚ ਪ੍ਰਬੰਧ ਪੂਰੇ ਹੈ, ਸਹੀ ਸਮੂਥਲੀ ਖਰੀਦ ਜਿਹੜੀ ਹੈ ਕੱਲ ਤੋਂ ਸ਼ੁਰੂ ਹੋ ਜਾਏਗੀ? ਗੁਰਤਿਆਨ ਜੀ। ਅਨਿਲ ਜੀ, 75 ਸਾਲਾਂ ਦੇ ਵਿੱਚ ਅਸੀਂ ਸਾਰੇ ਰਵਾਇਤੀ ਪਾਲਤੀਆਂ ਨੂੰ ਬਣਾਉਂਦੇ ਆ ਰਹੇ ਹਾਂ। ਕਿਸਾਨ ਕਦੇ ਕੁਝ ਨਹੀਂ ਬੋਲਿਆ। ਕਿਸਾਨਾਂ ਨੂੰ ਜੋ ਰੇਟ ਤੈਅ ਕਰਨਾ, ਜੋ ਦੇਣਾ, ਕਿਸਾਨ ਚੁੱਪ ਕਰਕੇ ਲੈ ਕੇ ਘਰਾਂ ਨੂੰ ਚਲਾ ਜਾਂਦਾ। ਕਿਸਾਨਾਂ ਦੀ ਹਾਲਤ, ਖੁਦਕਸ਼ੀਆਂ, ਉਹਦੇ ਵਿੱਚ ਕਾਂਗਰਸ ਸਰਕਾਰ ਦੀ, ਬੀਜੇਪੀ, ਸਾਰੀਆਂ ਸਰਕਾਰਾਂ ਆ ਗਈਆਂ ਕਿ ਕਿਸਾਨਾਂ ਦੇ ਇਹਨਾਂ ਨੇ ਕੀ ਭਲਾ ਕਰਿਆ। ਜਦੋਂ ਕਿਸਾਨਾਂ ਨੇ ਤਿੰਨੇ ਕਾਲੇ ਕਾਨੂੰਨਾਂ ਵਾਸਤੇ ਲੜਾਈ ਲੜੀ, ਉਹਦੇ ਵਾਸਤੇ ਅੱਜ ਸਾਰੇ ਰਵਾਇਤੀ ਪਾਰਟੀਆਂ ਗੱਲ ਲੱਗੀਆਂ ਕਰਨਾ। ਜਿਵੇਂ ਰਾਜਨੀਤੀ ਜਿਹੜੀ ਆਪਾਂ ਨੂੰ ਪਤਾ ਵੀ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਜਿਹੜੀਆਂ ਕਿਸਾਨ ਚੀਜ਼ਾਂ ਪੈਦਾ ਕਰ ਰਿਹਾ, ਉਹਦੇ ਬਿਨਾਂ ਜ਼ਿੰਦਗੀ ਨਹੀਂ ਚੱਲਦੀ।
ਕੋਈ ਫੈਕਟਰੀ ਨਹੀਂ ਬਣਾਉਂਦੀ, ਜਦੋਂ ਇਹ ਜਿਹੜਾ ਆਮਦਨ ਨੂੰ ਅਨਾਜ ਦੇ ਭੰਡਾਰਾਂ ਨੂੰ ਇਹ ਸਰਕਾਰਾਂ ਸਾਂਭ ਨਹੀਂ ਸਕਦੀਆਂ। ਕਿਸਾਨ 6-6 ਮਹੀਨੇ ਉਹਨਾਂ ਨੂੰ ਪੈਦਾ ਕਰਦਾ, ਕਿੰਨੀ ਮਿਹਨਤ ਮੁਸ਼ੱਕਤ ਦੇ ਨਾਲ, ਕਦੇ ਤੇਲਾ ਪੈ ਗਿਆ, ਕਦੇ ਸੋਕਾ ਪੈ ਗਿਆ, ਕਦੇ ਬਿਜਲੀ ਦੀ ਦਿੱਕਤ, ਜੋ ਵੀ ਦਿੱਕਤਾਂ ਕੱਟ ਕੇ ਉਹ 6 ਮਹੀਨੇ ਚ ਉਹਨੂੰ ਪਾਲ ਕੇ ਮੰਡੀ ਚ ਲੈ ਕੇ ਆ ਜਾਂਦਾ ਆ। ਜਦ ਪੰਜਾਬ ਸੂਬਾ ਸਰਕਾਰ ਦਾ ਸੈਂਟਰ ਸਰਕਾਰ ਦੀ ਜਿਵੇਂ ਬਣਦੇ ਵੀ ਜਦੋਂ ਵੀ ਉਹ ਅਨਾਜ ਮੰਡੀਆਂ ਵਿੱਚ ਆ ਗਿਆ ਉਹਨੂੰ ਉਸ ਟਾਈਮ ਜਾ ਕੇ ਆਪਣੇ ਭੰਡਾਰਾਂ ਦੇ ਵਿੱਚ ਕਿਸਾਨ ਨੂੰ ਜੋ ਵੀ ਬਣਦੀ ਮਿਹਨਤ ਆ ਉਹਦਾ ਮੁੱਲ ਮਿਲੇ। ਜੇ ਬਸ ਜਦ ਕਿ ਆਪਾਂ ਨੂੰ ਪਤਾ ਭਾਰਤ ਦੇ ਵਿੱਚ ਜੋ ਵੀ ਆਪਣਾ ਸਾਰਾ ਦੇਸ਼ ਖੇਤੀ ਪਰ ਨਿਰਭਰ ਆ, 80% ਲੋਕ ਇੱਥੇ ਤੇ ਮਿਹਨਤ ਕਰ ਰਹੇ ਲਗਾਤਾਰ, ਉਹ ਜਿਹੜੇ ਮਰਜ਼ੀ ਅਦਾਰੇ ਨਾਲ ਸੰਬੰਧਿਤ ਹੈ, ਕੋਈ ਸੈਲਰ ਮਾਲਕ ਜਾਂ ਕੁਝ ਵੀ ਨਹੀਂ। ਇਹ ਆਪਾਂ ਸਿੱਧੀ ਜਿਹੀ ਗੱਲ ਆ ਕਰਦਾ ਵੀ ਕਿਸਾਨਾਂ ਨੂੰ ਉਹਨਾਂ ਦਾ ਸਹੀ ਹੱਕ, ਜਿੰਨੇ ਵੀ ਕਹਿੰਦੇ ਸੀ ਸਾਨੂੰ ਸਬਸਿਡੀ ਆਹ ਦੇਤੀ ਜੀ, ਆਹ ਦੇਤੀ, ਆਹ ਦਵਾਈਆਂ ਬੂਟੀਆਂ ਲੈ ਕੇ ਆਣੇ ਕੌਣ ਨੇ, ਜਦ ਕਿ ਸਾਰਾ ਸਿੱਧੀ ਤੇ ਸਿੱਧੀ ਗੱਲ ਆ ਖੇਤੀ ਨੂੰ ਵਪਾਰ ਚ ਬਦਲ ਰਹੇ ਨੇ। ਕਿਸਾਨਾਂ ਤੋਂ ਆਹ ਧੰਦਾ ਖੋ ਕੇ ਕਾਰਪੋਰੇਟ ਦੇ ਹੱਥ ਦੇ ਕੇ ਬੀਜੇਪੀ ਸਰਕਾਰ ਦਾ ਮਿਹਨਤ ਮੁੱਦਾ ਇਹ ਰਬੇਤੀ ਪਾਲਟ ਜੇ ਸੋਚਦੀਆਂ ਵੀ ਜਿਹੜੀਆਂ ਚੀਜ਼ਾਂ ਕਿਸਾਨ ਪੈਦਾ ਕਰ ਰਿਹਾ ਉਹਦੇ ਬਿਨਾਂ ਤਾਂ ਜ਼ਿੰਦਗੀ ਚੱਲਣੀ ਹੋਣੀ। ਸਭ ਤੋਂ ਪਹਿਲ ਗੱਲ ਆ ਵੀ 75 ਸਾਲਾਂ ਦੇ ਵਿੱਚ ਇਹ ਫਸਲ ਬੀਜਦੀ ਆ ਰਹੀ ਆ, ਵਿਕਦੀ ਆ ਰਹੀ ਆ। ਇਹਨਾਂ ਤੋਂ ਸਭ ਤੋਂ ਪਹਿਲਾਂ ਚਾਹੇ ਉਹ ਸੂਬਾ ਸਰਕਾਰ ਆ ਜਾਂ ਸੈਂਟਰ ਸਰਕਾਰ ਆ, ਆਟੋਮੈਟਿਕਲੀ ਜੇ ਕਿਸਾਨਾਂ ਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਤਾਂ ਪੋਲਾ ਪਾਲੋ ਤਾਂ ਆਪਣੀ ਮਿਹਨਤ 'ਚ ਰੁਝਿਆ ਵਾ ਵੀ ਕਿਵੇਂ ਪ੍ਰਬੰਧ ਕਰਨੇ ਨੇ, ਕੀ ਕਰਨਾ। ਕਿਸਾਨਾਂ ਨੂੰ ਤਾਂ ਇੱਥੇ ਤੱਕ ਗੱਲੇ ਨਾ ਆਵੇ, ਪਰ ਫਿਰ ਗੱਲ ਉਹੀ ਆ ਜਾਂਦੀ ਆ ਵੋਟਾਂ ਦਾ। ਸਿਰਫ ਜਿੰਨਾ ਵੀ ਹੁਣ ਆਪਾਂ ਜੇ ਗੱਲ ਕਰ ਰਹੇ ਅੱਜ ਜਿਹੜੇ ਮੁੱਦੇ ਦੀ, ਉਹ ਤੇ ਵੀ ਪਾਰਟੀਬਾਜ਼ੀ ਤੋਂ ਗੱਲ ਆ ਵੀ ਮੈਂ 2022 ਦੇ ਵੋਟਾਂ ਤੇ ਕਿਵੇਂ ਗਿਆ ਵਾ। ਉਹ ਦੂਜੇ ਤੋਂ ਕਹਿਣਾ ਜੇ ਇੰਨਾ ਦਿਮਾਗ, ਜੇ ਨਹੀਂ ਦਿਮਾਗ ਹੈ ਕਿਸਾਨਾਂ ਦੀ ਮਿਹਨਤ ਸਦਕਾ ਕੁਰਸੀ ਨੂੰ ਬਚਾਉਣ ਦੀ ਬਜਾਏ ਪੂਰੇ ਤਰੀਕੇ ਗੱਲ ਕਿਸਾਨਾਂ ਦੇ ਉਹਦੇ ਚ ਲਾ ਦੇਣਾ, ਕਿਸਾਨਾਂ ਦੀ ਆਮਦਨ ਵੀ ਦੁੱਗਣੀ ਹੋਵੇ, ਖੁਦਕਸ਼ੀਆਂ ਵੀ ਨਾ ਹੋਣ, ਕਿਸਾਨ ਵੀ ਖੁਸ਼ਹਾਲ ਹੋਣ। ਆ ਇਹ ਲੋਕ ਠੀਕ ਹੈ ਇੱਕ ਸਵਾਲ ਹੈ ਦੁਬਾਰਾ ਅਸ਼ਵਨੀ ਜੀ ਆ ਰਹੇ ਤੁਹਾਡੇ ਕੋਲ 5 ਸੈਕਿੰਡ ਦਾ ਸਵਾਲ ਹੈ। ਹਾਂਜੀ ਕਰੋ। ਬੀਜੇਪੀ ਦੇ ਸਪੋਕਸਪਰਸਨ ਨੂੰ ਮੇਰਾ ਸਵਾਲ ਹੈ ਕਿ ਤੁਸੀਂ 11 ਅਕਤੂਬਰ ਡੇਟ ਰੱਖਤੀ 1 ਅਕਤੂਬਰ ਦੀ ਜਗ੍ਹਾ, ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਪ੍ਰੀਪੋਨ ਕਰ ਲਾਂਗੇ ਜਦੋਂ ਦਬਾਅ ਪਿਆ। ਇਹ ਚੀਜ਼ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਕੀਤੀ? ਪਹਿਲਾਂ ਤੁਸੀਂ ਕਿਉਂ ਇਸ ਚੀਜ਼ ਦਾ ਮੁੱਦਾ ਬਣਾਇਆ ਕਿ ਮੋਇਸਚਰ ਲੈਵਲ ਜ਼ਿਆਦਾ ਹੈ? ਜੇ ਉਦੋਂ ਜ਼ਿਆਦਾ ਸੀਗਾ ਤਾਂ ਹੁਣ ਤੁਸੀਂ ਪ੍ਰੋਕਿਉਰ ਕਿਵੇਂ ਕਰੋਗੇ? ਇਹ ਚੀਜ਼ ਦੱਸੋ। ਤੇ ਜੇ ਹੋ ਸਕਦਾ ਸੀਗਾ ਵੀ 1 ਦੀ ਜਗ੍ਹਾ 2 ਨੂੰ 3 ਨੂੰ ਹੋ ਜਾਏ ਤਾਂ ਤੁਸੀਂ 11 ਤਰੀਕ ਕਿਉਂ ਰੱਖੀ? ਇਹ ਚੀਜ਼ ਦਾ ਜਵਾਬ ਦਿਓ ਭੈਣ ਜੀ। ਸੋਨੀ ਸਾਹਿਬ ਆਪਣਾ ਅਰਸ਼ਵੀ ਜੀ ਇਸੇ ਕਰਕੇ ਤਾਂ ਇਹ ਡਿਬੇਟ ਹੈ, ਇਹੀ ਇਸ਼ੂ 'ਚ ਆਪਣੀ ਡਿਬੇਟ ਚੱਲ ਰਹੀ ਹੈ। ਹਾਂਜੀ ਸਰਬਜੀਤ ਜੀ, ਸੋਨੀ ਸਾਹਿਬ ਮੈਂ ਆਣਾ ਤੁਹਾਡੇ ਕੋਲ, ਤੁਸੀਂ ਨੋਟ ਕਰ ਲਓ, ਇਕੱਠਾ ਜਵਾਬ ਦੇ ਲਿਓ। ਸਰਬਜੀਤ ਜੀ ਪਹਿਲਾਂ ਤਾਂ ਮੈਂ ਅਰਸ਼ਪ੍ਰੀਤ ਜੀ ਕਹਿ ਰਹੇ ਨੇ ਕਿ ਅਸੀਂ ਬੜੀ ਤਿਆਰੀ ਕਰ ਰਹੇ ਹਾਂ, ਬੜੀ ਮਤਭਾਗੀ ਗੱਲ ਹੈ। ਅਰਸ਼ਪ੍ਰੀਤ ਜੀ ਇੱਕ ਗੱਲ ਦੱਸੋ, 15-20 ਦਿਨ ਪਿਛਲੇ ਤੁਸੀਂ ਕੱਢ ਲਓ, ਅਖਬਾਰ ਚੱਕ ਲਓ, ਨਿਊਜ਼ ਚੈਨਲ ਦੱਸੋ ਕਿਹੜੇ ਅਖਬਾਰ ਦੇ ਵਿੱਚ ਤੁਹਾਡੇ ਕਿਸੇ ਕਾਂਗਰਸੀ ਮੰਤਰੀ ਦਾ ਜਾਂ ਮਿਨਿਸਟਰ ਜਾਂ ਐਮਐਲਏ ਦਾ ਜਾਂ ਕਿਸੇ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਤਿਆਰੀ ਜਿਹੜੀ ਸਾਉਣ ਦੀ ਫਸਲ ਦੀ ਤਿਆਰੀ ਮੁਕੰਮਲ ਕਰ ਲਈ, ਅਸੀਂ ਬਾਰਦਾਨੇ ਦਾ ਐਗਰੀਕਲਚਰ ਮਿਨਿਸਟਰ ਦਾ ਬਿਆਨ ਹੈ, ਕਿਤੇ ਬਿਆਨ ਨਹੀਂ। ਐਗਰੀਕਲਚਰ ਮਿਨਿਸਟਰ ਦਾ ਬਿਆਨ ਹੈ ਕਿ ਫਲਾਣੇ ਬੰਦੇ ਨੂੰ ਅਸੀਂ ਮੁੱਖ ਮੰਤਰੀ ਤੋਂ ਹਟਾ ਦਾਂਗੇ। ਅੱਜ ਐਮਐਲਏ ਨੇ ਫਲਾਣੇ ਬੰਦੇ ਦੇ ਹੱਥ 'ਚ ਮਿਨਿਸਟਰੀ ਦੇ ਬਿਆਨ ਆ ਗਿਆ ਜੀ, ਬਿਆਨ ਆ ਗਿਆ। ਅਰਸ਼ਪ੍ਰੀਤ ਮੇਰੇ ਤੁਸੀਂ ਭਰਾ ਹੋ, ਜਦੋਂ ਸਾਉਣੀ ਦੀ ਫਸਲ ਸਿਰ ਤੇ ਆ, ਜਦੋਂ ਪੰਜਾਬ ਦੀ ਖੇਤੀ ਪ੍ਰਧਾਨ ਸੂਬੇ ਦੀ ਫਸਲ ਸਿਰ ਤੇ ਹੋਵੇ ਤੇ ਐਨ ਫਸਲ ਤੋਂ 15-20 ਦਿਨ ਪਹਿਲਾਂ ਲੜਾਈ ਕੁਰਸੀ ਦੀ ਚੱਲਦੀ ਹੋਵੇ ਤਾਂ ਬਾਰਦਾਨਾ ਦੱਸੋ। ਆਪਾਂ ਡਿਬੇਟ ਦੇ ਨਾਲ 4-5 ਦਿਨ ਬਾਅਦ ਫਿਰ ਡਿਬੇਟ ਮਿਲਾਂਗੇ ਵੀ ਦੇਖੋ ਮੰਡੀਆਂ ਦੇ ਵਿੱਚ ਹਾਲ ਕੀ ਹੁੰਦਾ ਕਿਸਾਨਾਂ ਦਾ। ਆਹ ਸਾਰੀਆਂ ਸੜਕਾਂ ਕਿਸਾਨਾਂ ਨੇ ਫਿਰ ਜਾਮ ਕਰ ਦੇਣੀਆਂ ਨੇ ਕਿਉਂਕਿ ਨਾ ਤਾਂ ਬਾਰਦਾਨੇ ਦਾ ਪ੍ਰਬੰਧ ਹੈ। ਜੇ ਮਾੜਾ ਮੋਟਾ ਬਾਰਦਾਨਾ ਆ ਗਿਆ ਫਿਰ ਉਹਦਾ ਵੀ ਗਾਹ ਪੈਣਾ। ਆਪਣੇ ਚਹੇਤੇ ਜਿਹੜੇ ਆੜਤੀਆਂ ਨੂੰ ਹੈ ਉਹ ਪਾਰਸ਼ੈਲਿਟੀ ਹੋਣੀ ਹੈ ਬਾਰਦਾਨਾ ਵੱਢਣ ਦੇ ਵਿੱਚ। ਸੋ ਤੁਸੀਂ ਚੈਨਲ ਤੇ ਬੈਠ ਕੇ ਮੇਰੇ ਵੀਰ ਝੂਠ ਨਾ ਬੋਲੋ। 100% ਤਿਆਰੀ ਪੂਰੀ ਹੈ। ਪਟਿਆਲ ਸਾਹਿਬ ਆਣਾ ਤੁਹਾਡੇ ਕੋਲ ਹੈ ਨਾ, ਉਹਨਾਂ ਨਾਲ ਗੱਲ ਕਰ ਲਓ। ਕੋਈ ਆਪਾਂ ਨੂੰ ਸਾਉਣੀ ਦੀ ਫਸਲ ਦੀ ਕੋਈ ਫਿਕਰ ਨਹੀਂ। ਜੇ ਸਾਉਣੀ ਦੀ ਫਸਲ ਦੀ ਫਿਕਰ ਹੁੰਦੀ ਤਾਂ ਤੁਸੀਂ ਆ ਸਰਕਾਰ ਦਾ ਜਿਹੜਾ ਚੱਲੀ ਆ ਫਿਲਮ ਜਿਹੜੀ ਚੀਜ਼ ਹੋਈ ਨਹੀਂ ਤੁਸੀਂ ਉਹ ਕਿਵੇਂ ਕਹਿ ਸਕਦੇ ਹੋ? ਤੋਂ ਤੁਸੀਂ ਗਲਤ ਇਲਜ਼ਾਮ ਲਾਇਆ ਵੀ ਸਾਡੇ ਲੀਡਰ ਦਾ ਬਿਆਨ ਨਹੀਂ ਆਇਆ, ਸਾਡੇ ਲੀਡਰ ਦਾ ਬਿਆਨ ਆ ਗਿਆ ਕਿ ਤਿਆਰੀ ਪੂਰੀ ਹੈ। ਬਾਕੀ ਬੀਜੇਪੀ ਦੇ ਬੁਲਾਰੇ ਸਾਹਿਬ ਕਹਿ ਰਹੇ ਨੇ ਕਿ ਅਸੀਂ ਸਭ ਤੋਂ ਵੱਡੇ ਹਿੱਤ ਰੱਖਦੇ ਹਾਂ ਕਿਸਾਨਾਂ ਲਈ। ਜੇ ਐਡੇ ਹਿੱਤ ਰੱਖਦੇ ਹੋ 700 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ, ਬਿੱਲ ਰੱਦ ਕਰੋ, ਵਿਚਾਰੇ ਸਾਰੇ ਘਰ ਨੂੰ ਆਪਣੇ ਕੰਮ ਲੱਗਣ। ਸੋ ਇਹ ਸਾਰਾ ਸਰਾਸਰਾ ਜਿਹੜਾ ਝੂਠ ਬੋਲ ਰਹੇ ਨੇ, ਅੱਖਾਂ ਦੇ ਵਿੱਚ ਮਿੱਟੀ ਪਾ ਰਹੇ ਨੇ। ਸੋ ਆ ਜਿਹੜਾ ਕੁਝ ਸਾਹਮਣੇ ਆਉਣਾ ਅਗਲੇ 10-15 ਦਿਨ ਜਿਹੜੇ ਪੰਜਾਬ ਦੇ ਹਾਲਾਤ ਆਉਣੇ ਨੇ, ਸਾਰਾ ਕੁਝ ਆਪਣੇ ਸਾਹਮਣੇ ਆ ਜਾਣਾ। ਜਿਹੜੀਆਂ ਮੰਡੀਆਂ ਦੇ ਵਿੱਚ ਹਾਲਾਤ ਹੋਣੀ ਆ, ਸਾਰੀ ਜਿਹੜੀ ਸਰਕਾਰ ਦੀ ਨਲਾਇਕੀ ਆ ਉਹ ਸਾਹਮਣੇ ਆ ਜਾਣੀ ਆ। ਜਸਵੀਰ ਰਾਜਾ ਜੀ, ਜਸਵੀਰ ਜੀ, ਇਹ ਜਿਹੜਾ ਯੂ ਟਰਨ ਲਿਆ ਨਾ ਜੀ, ਇਹ ਯੂ ਟਰਨ ਤਾਂ ਲਿਆ ਕਿਸਾਨਾਂ ਨੇ ਅੱਜ ਡੀਸੀ ਦਫ਼ਤਰ, ਇਹਨਾਂ ਦੇ ਮੰਤਰੀਆਂ ਦੇ ਘਰ, ਇਹਨਾਂ ਦੇ ਮੰਤਰੀਆਂ ਦੇ ਆਫਿਸ, ਇਹਨਾਂ ਦੇ ਐਮਐਲਏ ਦੇ ਘਰ ਕਿਸਾਨਾਂ ਨੇ ਅੱਜ ਘੇਰਤੇ। ਹਰਿਆਣੇ ਦੇ ਵਿੱਚ ਵੀ, ਪੰਜਾਬ ਸੋਈ ਸਾਹਿਬ ਆ ਰਹੇ ਜੀ, ਆ ਰਹੇ ਤੁਹਾਡੇ
ਯੂ ਟਰਨ। ਅੱਛਾ ਜੀ, ਹੁਣ ਦੇਖੋ ਸਾਰੇ ਹਰਪ੍ਰੀਤ ਜੀ ਕਾਂਗਰਸ ਤੋਂ ਨੇ, ਇਹ ਵੀ ਬਹੁਤ ਦੱਸ ਰਹੇ ਆ ਵੀ ਅਸੀਂ ਬਹੁਤ ਕਿਸਾਨ। ਇਹਨਾਂ ਨੂੰ ਪੁੱਛਣਾ ਮੇਰਾ ਕੁਐਸਚਨ, ਸਰਕਾਰੀ ਖੰਡ ਮਿੱਲਾਂ ਦਾ ਕਿਸਾਨਾਂ ਦਾ, ਪ੍ਰਾਈਵੇਟ ਤੇ ਸਰਕਾਰੀ ਦਾ 200 ਕਰੋੜ ਰੁਪਈਆ ਅੱਜ ਤੱਕ ਤੁਸੀਂ ਪਿਛਲੇ ਸਾਲ ਦਾ ਪੇ ਨਹੀਂ ਕੀਤਾ। ਦੂਸਰੀ ਤੀਸਰੀ ਗੱਲ, ਜਿਹੜਾ 50 ਰੁਪਏ ਕਿਸਾਨਾਂ ਨੂੰ ਤੁਸੀਂ ਲਾਰਾ ਲਾਇਆ ਅੱਜ ਤੋਂ ਕਾਫੀ ਦੇਰ ਪਹਿਲਾਂ ਕਿ ਅਸੀਂ ਵਧਾਤੇ, ਉਹਦਾ ਨੋਟੀਫਿਕੇਸ਼ਨ ਤਾਂ ਤੁਸੀਂ ਕੀਤਾ ਨਹੀਂ ਅੱਜ ਤੱਕ। ਗੱਲਾਂ ਤੁਸੀਂ ਟੀਵੀ ਤੇ ਬੈਠ ਕੇ ਬੜਬੜੀਆਂ ਕਰਦੇ ਆ। ਕਦੀ ਵੀ ਕਿਸਾਨ ਦੀ ਫਸਲ ਕੁਦਰਤੀ ਮਾਰਨਾ ਜਾਂ ਹੜ੍ਹਾਂ ਦੇ ਮਾਰਨਾ ਕਦੀ ਉਹਨਾਂ ਤੇ ਵਕਤ ਆਇਆ, ਕਿਹੜੀ ਸਰਕਾਰ ਨੇ ਉਹਨਾਂ ਨੂੰ ਲੱਗੀ ਲਿਆਕਤ ਪੂਰੀ ਦਿੱਤੀ ਅੱਜ ਤੱਕ? ਕਿਸੇ ਨੇ ਦਿੱਤੀ ਕਿਸਾਨਾਂ ਨੂੰ? ਬਸ ਇਹ ਦੱਸੋ ਤੁਸੀਂ ਕ੍ਰਿਸ਼ੀ ਕਾਨੂੰਨ ਪਾਸ ਕਿਉਂ ਕੀਤੇ? ਟਾਈਮ ਨਹੀਂ ਰਿਹਾ, ਫਿਰ ਗੱਲ ਪੂਰੀ ਹੋ ਨਹੀਂ ਪਾਣੀ। ਹਾਂਜੀ ਬੋਲੋ। ਠੀਕ ਹੈ ਜੀ, ਇਹਨਾਂ ਨੂੰ ਇੱਕ ਤਾਂ ਇਹ ਪੁੱਛਣਾ ਵੀ ਜਿਹੜਾ 50 ਰੁਪਏ ਤੁਸੀਂ ਕਿਸਾਨਾਂ ਨੂੰ ਕਿਹਾ ਅਸੀਂ ਤੁਹਾਨੂੰ ਦਵਾਂਗੇ ਵਧਾਇਆ ਗੰਨੇ ਦਾ, ਉਹ ਅੱਜ ਤੱਕ ਨੋਟੀਫਿਕੇਸ਼ਨ ਤਾਂ ਕੀਤਾ ਨਹੀਂ। ਠੀਕ ਹੈ ਜੀ, ਨਾ ਕਿਸਾਨਾਂ ਨੂੰ ਫਸਲ ਕੁਦਰਤੀ ਮਾਰ ਪੈ ਜਾਏ, ਨਾ ਕਿਸੇ ਕਿਸਾਨਾਂ ਨੂੰ ਤੁਸੀਂ ਅੱਜ ਤੱਕ ਪੂਰੀ ਉਹਨਾਂ ਦੀ ਲੱਗੀ ਜਿੰਨੀ ਲਿਆਕਤ ਆ ਉਹ ਵੀ ਨਹੀਂ ਦਿੰਦੇ ਤੁਸੀਂ। ਕਿਸਾਨ ਧਰਨਾ ਲਾਉਂਦੇ ਆ ਹਰੇਕ। ਅੱਜ ਖੰਡ ਮਿੱਲਾਂ ਦੇ ਪੈਸੇ ਲੈਣੇ, ਦੇਖੋ ਧਰਨਾ ਲਾਇਆ ਪੰਜਾਬ ਦੇ ਵਿੱਚ, ਸਰਕਾਰ ਤਾਂ ਕਾਂਗਰਸ ਦੀ ਆ। ਤੀਸਰੀ ਆ ਜਿਹੜਾ ਅਕਾਲੀ ਦਲ ਵਾਲੇ ਆ ਜਾਂ ਬੀਜੇਪੀ ਵਾਲੇ ਆ, ਇਹ ਬਹੁਤ ਹੰਗਾਮਾ ਹਰੇਕ ਜਗ੍ਹਾ ਕਰਦੇ ਜੀ, ਕਿਸਾਨਾਂ ਨੂੰ ਅਸੀਂ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕੀਤੇ। ਮੈਂ ਇਹਨਾਂ ਨੂੰ ਇੱਕ ਗੱਲ ਦੱਸ ਦੇਵਾਂ, ਜਦੋਂ ਮੋਟਰ ਲੱਗਦੀ ਹੈ ਸਿਕਿਉਰਿਟੀ ਘੱਟੋ ਤੋਂ ਘੱਟ 1.5 ਤੋਂ 2 ਲੱਖ ਰੁਪਈਆ ਤੁਹਾਨੂੰ ਦਿੰਦੇ ਕਿਸਾਨ, ਉਹਦਾ ਮਹੀਨੇ ਦਾ ਵਿਆਜ ਲਾ ਲਓ। 8 ਘੰਟੇ ਤੁਸੀਂ ਉਹਨਾਂ ਨੂੰ ਬਿਜਲੀ ਨਹੀਂ ਦਿੰਦੇ, ਬੜਬੜੀਆਂ ਤੁਸੀਂ ਬਾਤਾਂ ਮਾਰਦੇ ਆ। ਕਿਸਾਨਾਂ ਨੂੰ ਤਾਂ ਹਰੇਕ ਸਰਕਾਰ ਲੁੱਟ ਰਹੀ ਆ, ਹਰੇਕ ਇੰਡਸਟਰੀ ਵਾਲੇ ਨੂੰ ਲੁੱਟ ਰਹੀ ਆ, ਹਰੇਕ ਇੰਡਸਟਰੀ ਬੰਦ ਹੋਣ ਦੇ ਕਿਨਾਰੇ ਆ, ਕਿਸਾਨੀ ਮਰ ਚੁੱਕੀ ਆ। ਇਹ ਵਾਅਦੇ ਕੀ ਕਰਦੇ ਬੈਠ ਕੇ? 70 ਸਾਲ ਹੋ ਗਏ ਇਹਨਾਂ ਨੂੰ। ਲੋਕ ਤਾਂ ਖਫਾ ਹੋਏ ਪਏ ਆ, ਲੋਕ ਤਾਂ ਸੁਸਾਈਡ ਕਰਨੇ ਨੂੰ ਤੁਰੇ ਹੋਏ ਆ। ਕੇਜਰੀਵਾਲ ਸਾਹਿਬ ਸੀਗੇ ਜੀ ਜਿਹੜੇ ਕਹਿੰਦੇ ਸੀ ਪਰਾਲੀ ਨੂੰ ਸਾੜੋ ਤੂੰ ਆਉਂਦਾ ਹੈ। ਕੇਜਰੀਵਾਲ ਸਾਹਿਬ ਸੀਗੇ ਜਿਹੜੇ ਕਹਿੰਦੇ ਸੀ ਪਰਾਲੀ ਨੂੰ ਸਾੜੋ। ਕੇਜਰੀਵਾਲ ਨੇ ਕਿਸੇ ਨੇ ਸੁਸਾਈਡ ਨਹੀਂ ਕੀਤੀ, ਕੇਜਰੀਵਾਲ ਸਾਹਿਬ ਦੇ ਬਿਆਨ ਨੇ ਸੁਸਾਈਡ ਨਹੀਂ ਕੀਤੀ ਕਿਸੇ ਨੇ। ਅਨਿਲ ਜੀ ਇੱਕ ਮਿੰਟ ਮੈਨੂੰ ਦੋ। ਡੇਟਾ ਚੱਕ ਕੇ ਦੇਖ ਲਓ ਅਨਿਲ ਜੀ, ਕਿਸਾਨ ਕਿੰਨਾ ਚਿਰ ਹੋ ਗਿਆ ਬੈਠੇ ਨੂੰ? ਅਨਿਲ ਜੀ, ਜਸਵੀਰ ਜੀ ਕਾਨੂੰਨ ਪਾਸ ਕੋਲ ਬੜਾ ਘੱਟ ਰਹਿ ਗਿਆ। ਜਸਵੀਰ ਜੀ ਟਾਈਮ ਘੱਟ ਰਹਿ ਗਿਆ, ਇੱਕ ਵਾਰ ਮੈਂ ਤੁਹਾਡੇ ਕੋਲ ਆਉਂਗਾ। ਅਰਸ਼ਪ੍ਰੀਤ ਜੀ ਆ ਰਹੇ ਆ। ਕਿਸਾਨਾਂ ਨੂੰ ਮਾਰਿਆ ਗਿਆ ਵੀ ਕਿਸੇ ਕਾਨੂੰਨ ਤੁਸੀਂ ਪਾਸ ਨਾ ਕਰੋ, ਕਿਉਂ ਤੁਸੀਂ ਸੋਈ ਸਾਹਿਬ ਤੁਸੀਂ ਬੋਲੋ ਜੀ। ਸੋਈ ਸਾਹਿਬ ਕੋਈ ਨਹੀਂ ਸੋਈ ਸਾਹਿਬ ਕਮਲ ਜੀ ਹੁਣ ਬੋਲ ਲੈਣ। ਹਾਂਜੀ ਸੋਈ ਸਾਹਿਬ। ਅਨਿਲ ਜੀ ਬੜਾ ਤਗੜਾ ਝੂਠ, ਸਫੇਦ ਝੂਠ ਅੱਜ ਬੀਜੇਪੀ ਨੇ ਬੋਲਿਆ। ਬੜੇ ਸਿਆਣੇ ਬੰਦੇ ਨੇ, ਇਹਨਾਂ ਨੂੰ ਆ ਪੁੱਛੋ ਕਿ ਪੰਜਾਬ ਦਾ ਐਗਰੀਕਲਚਰ ਮੰਤਰੀ ਕੌਣ ਆ, ਪੁੱਛੋ ਸ਼ਾਇਦ ਇਹਨਾਂ ਨੂੰ ਪਤਾ ਹੋਵੇ। ਦੱਸੋ ਜਰਾ ਪੰਜਾਬ ਦਾ ਐਗਰੀਕਲਚਰ ਮੰਤਰੀ ਕੌਣ ਆ? ਤੁਸੀਂ ਇਹ ਮੈਂ ਤੁਹਾਨੂੰ ਦੱਸ ਦਿੰਦਾ, ਇਹਦਾ ਜਵਾਬ ਦਿਓ ਪਹਿਲਾਂ। ਗੂਗਲ ਨਾ ਮਾਰਿਓ, ਮੰਤਰੀ ਕਰ ਸਕਦੇ ਸੀਗੇ 11 ਮਿਨਿਸਟਰ, ਜਿਸ ਕੱਲ ਦਾ ਐਗਰੀਕਲਚਰ ਮਿਨਿਸਟਰ। ਮੇਰਾ ਸਵਾਲ ਸੁਣੋ ਅਨਿਲ ਜੀ, ਪੁੱਛੋ ਉਹਨਾਂ ਨੂੰ ਐਗਰੀਕਲਚਰ ਮੰਤਰੀ ਕਿਹੜਾ ਬਣਾ ਸਕਦਾ? ਸੋਈ ਸਾਹਿਬ ਤੁਸੀਂ 2 ਤਰੀਕ ਨੂੰ ਪ੍ਰੋਕਿਉਰਮੈਂਟ ਕਰ ਸਕਦੇ ਸੀ। ਇਹਨਾਂ ਨੂੰ ਇਹਦਾ ਜਵਾਬ ਦੋ ਤੇ ਹੈਗਾ ਤੁਹਾਡੇ ਕੋਲੇ। ਪੰਜਾਬ ਦਾ ਐਗਰੀਕਲਚਰ ਮੇਰੀ ਗੱਲ ਸੁਣੋ, ਇਸ ਚੀਜ਼ ਦਾ ਜਵਾਬ ਦੇ ਦਿਓ। 11 ਅਕਤੂਬਰ ਨੂੰ ਤੁਸੀਂ ਕਿਉਂ ਤਰੀਕ ਸੈੱਟ ਕੀਤੀ ਜੇ ਤੁਸੀਂ 2 ਅਕਤੂਬਰ ਨੂੰ ਕਰ ਸਕਦੇ ਸੀ? ਅਨਿਲ ਜੀ ਸੋਈ ਸਾਹਿਬ ਤੋਂ ਬਾਅਦ ਤੁਹਾਡੇ ਕੋਲ ਹੀ ਆ ਰਿਹਾ। ਅਨਿਲ ਜੀ ਮੈਂ ਤੁਹਾਨੂੰ ਸੋਈ ਸਾਹਿਬ ਤੁਸੀਂ ਪੁਆਇੰਟ ਰੱਖ ਲਓ ਕਿਉਂਕਿ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਹੈ ਜੀ। ਮੈਂ ਉਹ ਆਪਣੇ ਕੋਲ 3 ਮਿੰਟ ਰਹਿ ਗਏ। ਹਾਂਜੀ, ਅਰਸ਼ਪ੍ਰੀਤ ਉਹਨਾਂ ਨੂੰ ਆ ਏਸੀ ਦਫ਼ਤਰਾਂ 'ਚ ਮਹਿਲਾਂ ਵਾਲੇ ਬੰਦੇ ਨੇ, ਇਹਨਾਂ ਨੂੰ ਤਾਂ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਦਾ ਨਾਂ ਨਹੀਂ ਪਤਾ। ਤੁਸੀਂ ਮੈਂ ਉਹ ਦੱਸ ਰਿਹਾ, ਐਗਰੀਕਲਚਰ ਮਿਨਿਸਟਰ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ, ਮੈਨੂੰ ਬਸ ਇਹ ਚੀਜ਼ ਦਾ ਜਵਾਬ ਦੇ ਦਿਓ। ਜਿਹੜੀ ਗੱਲ ਆ ਰਹੀ ਹੈ ਉਸ ਤੇ ਤੁਸੀਂ ਪ੍ਰੋਕਿਉਰਮੈਂਟ 11 ਅਕਤੂਬਰ ਕਿਉਂ ਕੀਤੀ ਜਦੋਂ 3 ਅਕਤੂਬਰ ਨੂੰ ਪ੍ਰੋਕਿਉਰਮੈਂਟ ਹੋ ਸਕਦੀ ਸੀਗੀ? ਹੁਣ ਮੋਇਸਚਰ ਲੈਵਲ ਕਿਵੇਂ ਘਟੂਗਾ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਕਿਸਾਨਾਂ ਨੂੰ ਤੰਗ ਕਰਦੇ ਆ ਇਹ, ਕਿਸਾਨਾਂ ਨੂੰ ਬੋਲਣ ਨਹੀਂ ਦਿੰਦੇ, ਕਿਸਾਨਾਂ ਨੂੰ ਸਾਹ ਨਹੀਂ ਲੈਣ ਦਿੰਦੇ। ਤੇ ਜੇ ਪ੍ਰੋਕਿਉਰਮੈਂਟ 2 ਤਰੀਕ ਨੂੰ ਹੋ ਸਕਦੀ ਸੀ 11 ਤਰੀਕ ਕਿਉਂ ਰੱਖੀ? ਇਹਦਾ ਜਵਾਬ ਦਿਓ ਪਹਿਲਾਂ। ਉਹੀ ਠੀਕ ਹੈ ਅਰਸ਼ਪ੍ਰੀਤ ਜੀ, ਠੀਕ ਹੈ ਸੋਈ ਸਾਹਿਬ ਤੁਸੀਂ ਗੱਲ ਕਰੋ। ਹਾਂਜੀ ਜੀ, ਉਹੀ ਪਾਰਟੀ ਰਿਪਰੈਜ਼ੈਂਟ ਕਰਦੇ ਜਿਹੜੇ ਆਲੂ ਪਾਓ ਤੇ ਸੋਨਾ ਕੱਢਦੀ ਹੈ। ਇਸ ਕਰਕੇ ਝੂਠ ਦਾ ਇਹਨਾਂ ਤੇ ਕੋਈ ਮਾਸਟਰੀ ਹੈ ਨਾ ਇਹਨਾਂ ਨੂੰ। ਰਡਾਰ ਤੋਂ ਜੇ ਸੋਈ ਸਾਹਿਬ ਵਾਈਂਡਿੰਗ ਕਮੈਂਟ ਵਾਸਤੇ ਤੁਹਾਡੇ ਕੋਲ ਆਣਾ, ਮੈਂ ਤੁਸੀਂ ਐਦਾਂ ਨਹੀਂ ਕਹਿੰਦੇ ਅੰਬ ਐ ਖਾਓ, ਅੰਬ ਐ ਖਾਓ, ਅਸੀਂ ਨਹੀਂ ਕਹਿੰਦੇ। ਇਹ ਤਾਂ ਚਾਹੀਦਾ ਕੱਲੇ ਅੱਲਾ ਨਹੀਂ ਬੁਲਾ ਲਓ ਅਰਸ਼ਪ੍ਰੀਤ ਹੋਣਾ ਨੂੰ। ਹੁਣ ਅਨਿਲ ਜੀ ਇਸ ਤਰ੍ਹਾਂ ਹੈ। ਹਾਂਜੀ ਅਨਿਲ ਜੀ ਇਸ ਤਰ੍ਹਾਂ ਹੈਗਾ। ਇੱਕ ਮਿੰਟ ਸੋਈ ਸਾਹਿਬ ਇੱਕ ਮਿੰਟ। ਅਰਸ਼ਪ੍ਰੀਤ ਜੀ ਹੁਣ ਨਾ ਦੇਖੋ, ਹੁਣ ਇੰਟਰਪਟ ਨਾ ਕਰੀਏ ਕਿਉਂਕਿ ਆਪਣੇ ਕੋਲ ਮਿੰਟ ਹੈ 2। ਸੋਈ ਸਾਹਿਬ ਨੂੰ ਗੱਲ ਕਰ ਲੈਣ ਦੋ, ਉਹ ਤੋਂ ਬਾਅਦ ਗੁਰਧਿਆਨ ਜੀ ਦਾ ਮੈਂ ਕਮੈਂਟ ਲੈਣਾ, ਫਿਰ ਮੈਂ ਤੁਹਾਡੇ ਕੋਲ ਵਾਈਂਡਿੰਗ ਵਾਸਤੇ ਤੁਹਾਡੇ ਕੋਲ ਆਉਂ। ਉਹਨਾਂ ਨੂੰ ਮੈਂ ਸਮਝ ਗਿਆ ਅਨਿਲ ਜੀ, ਮੈਂ ਨਹੀਂ ਕਰਦਾ, ਬਸ ਇਹਨਾਂ ਨੂੰ ਕਹਿ ਦੋ ਮੇਰੇ ਟਾਈਮ 'ਚ ਨਾ ਬੋਲਿਆ ਕਰ। ਮੈਂ ਟਾਈਮ ਹੁਣ ਰਿਹਾ ਹੀ ਨਹੀਂ ਜੀ, ਵਾਈਂਡਿੰਗ ਤੁਹਾਡੇ ਕੋਲ ਆਉਣਾ। ਮੈਂ ਸਮਝ ਗਿਆ ਮੇਰੇ ਟਾਈਮ 'ਚ ਬੋਲਦੇ ਮੈਨੂੰ ਤਾਂ ਬੋਲਣਾ ਪੈਂਦਾ ਨਹੀਂ, ਮੈਂ ਬੋਲਦਾ ਆ ਰਿਹਾ ਤੁਹਾਡੇ ਕੋਲ। ਅਨਿਲ ਜੀ ਪਿਛਲੀ 9 ਫਸਲਾਂ 'ਚ
ਅਸੀਂ ਨਿਰਵਿਘਨ CCL ਲਿਮਿਟ ਜਿਹੜੀ ਆ ਕਹਿੰਦੇ ਲਿਮਿਟ ਅਸੀਂ ਪਰ ਕਰ ਦਿੰਦੇ ਆ। ਹੂ ਇਜ਼, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਟੇਟ ਗਵਰਨਮੈਂਟ ਇਜ਼ ਪਾਰਟੀ ਟੂ ਗੈਟ ਦੀ ਲਿਮਿਟ ਸੈਂਕਸ਼ਨ ਫਰਮ RBI। ਹਿੰਦੁਸਤਾਨ ਦੀ ਸਰਕਾਰ RBI ਕੋਲ ਲਿਮਿਟ ਸੈਂਕਸ਼ਨ ਹਰ ਵਰੇ ਇਹਨਾਂ ਨੂੰ ਕਰਾ ਕੇ 9 ਫਸਲਾਂ ਦੀ ਦਿੱਤੀ ਹੈਗੀ ਹੈ ਤੇ ਇੱਕ ਦਾਣਾ ਕਿਸਾਨਾਂ ਦਾ ਚੱਕਿਆ। 202 ਲੱਖ ਮੈਟ੍ਰਿਕ ਟਨ ਅਸੀਂ ਪਿਛਲੇ ਵਰੇ ਝੋਨਾ ਚੱਕਿਆ ਸੀਗਾ। ਹੁਣ ਵੀ ਹਿੰਦੁਸਤਾਨ ਦੀ ਸਰਕਾਰ ਕਮਿਟਡ ਹੈਗੀ ਹੈ ਕਿ ਕਿਸਾਨਾਂ ਦਾ ਇੱਕ ਦਾਣਾ ਚੱਕਿਆ ਜਾਵੇ। ਮੈਂ ਤੇ ਤੁਹਾਡੇ ਚੈਨਲ ਦੇ ਥਰੂ ਆਹੋ ਹੀ ਫਿਰ ਬਾਰ-ਬਾਰ ਰਿਕੁਐਸਟ ਕਰਦਾ ਪੰਜਾਬ ਦੀ ਸਰਕਾਰ ਨੂੰ ਕਿ ਸਾਡਾ ਕਿਸਾਨ ਪੂਰਾ ਸੀਜ਼ਨ ਫਸਲ ਦੇਖਦਾ ਹੈ, ਅੱਗੇ ਤਿਉਹਾਰਾਂ ਦਾ ਟਾਈਮ ਹੈਗਾ, ਸਾਡੇ ਕਿਸਾਨ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਰੁਲਣ ਨਾ ਦਿੱਤਾ ਜਾਵੇ। ਪੂਰੇ ਪ੍ਰਬੰਧ ਕਰੋ। ਜੇ ਉਹਨੂੰ ਮੋਇਸਚਰ ਨੂੰ ਸੁਕਾਉਣ ਵਾਸਤੇ ਪੱਖੇ ਦੀ ਜ਼ਰੂਰਤ ਹੈਗੀ ਹੈ, ਪੱਖਿਆਂ ਦਾ ਪ੍ਰਬੰਧ ਕਰੋ, ਲਾਈਟ ਦਾ ਪ੍ਰਬੰਧ ਕਰੋ ਤੇ ਸਟੋਰੇਜ ਦਾ ਪ੍ਰਬੰਧ ਕਰੋ ਤਾਂ ਕਿ ਕਿਸਾਨ ਸਾਡਾ ਰੁਲੇ ਨਾ। ਠੀਕ ਹੈ ਸਭ ਆਈ ਗੱਲ ਹੈ। ਗੁਰਤਿਆਨ ਸਰਕਾਰ ਨੇ ਜੋ ਕਰਨਾ ਸੀ ਕਰਤਾ। ਠੀਕ ਹੈ ਸੋਹੀ ਸਾਹਿਬ ਆ ਗਈ ਬੋਲ ਦੀ ਪੰਜਾਬ ਗਵਰਨਮੈਂਟ ਸਰਕਾਰ। ਸੋਹੀ ਸਾਹਿਬ ਆ ਗੱਲ। ਗੁਰਤਿਆਨ ਜੀ ਤੁਹਾਡਾ ਲਾਸਟ ਕਮੈਂਟ 20 ਸੈਕਿੰਡ। ਗੁਰਤਿਆਨ ਜੀ ਆਵਾਜ਼ ਆ ਰਹੀ ਹੈ? ਗੁਰਤਿਆਨ ਜੀ ਲੱਗਦਾ ਫਿਰ ਕੋਈ ਦਿੱਕਤ ਹੈ। ਰਾਜਾ ਜੀ 20 ਸੈਕਿੰਡ ਲਾਸਟ ਕਮੈਂਟ ਤੁਹਾਡਾ। ਇਹਨਾਂ ਨੂੰ ਮੈਂ ਜਵਾਬ ਦੇ ਦਿੰਦਾ ਕਿ ਤੋਮਰ ਸਾਹਿਬ ਸੈਂਟਰ ਦੇ ਖੇਤੀਬਾੜੀ ਮੰਤਰੀ ਆ ਔਰ ਜਿਹੜੇ ਪੰਜਾਬ ਦੇ ਨੇ ਔਰ ਰਣਦੀਪ ਸਿੰਘ ਨਾਭਾ ਜੀ ਤੁਹਾਨੂੰ ਨਹੀਂ ਪੁੱਛਿਆ ਸੀਗਾ ਜੀ, ਜਿਨ੍ਹਾਂ ਨੂੰ ਪੁੱਛਿਆ ਸੀ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਜਵਾਬ ਕਰ ਦਿੰਦੇ। ਇਹ ਤਾਂ ਛੋਟੀਆਂ ਗੱਲਾਂ ਇਹਨਾਂ ਬਾਅਦ ਚ ਹੋ ਜਾਣਗੀਆਂ। ਰਾਜਾ ਜੀ ਹਾਂਜੀ ਦੇਖੋ ਜਿਹੜੀ ਕਾਂਗਰਸ ਤੇ ਇੱਕ ਐਲੀਗੇਸ਼ਨ ਲਾਉਂਦੀ ਆ, ਮੈਨੂੰ ਇੱਕ ਜਵਾਬ ਦੇ ਦੇਣ ਵੀ ਦਿੱਲੀ ਦੇ ਵਿੱਚ ਕੋਈ ਖੁਦਕੁਸ਼ੀ ਹੋਈ ਹੈ, ਕਿਸਾਨਾਂ ਨੇ ਕੀਤੀ, ਕਿਸੇ ਨੇ MSP ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਦਿੱਤੀ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਰਾਜ ਜੀ। ਅਰਸ਼ਪ੍ਰੀਤ ਜੀ ਆਪਣੇ ਕੋਲ ਮੈਕਸਿਮਮ 30 ਸੈਕਿੰਡ ਹੈ, ਤੁਸੀਂ ਆਪਣਾ ਪੁਆਇੰਟ ਨਹੀਂ ਕਮੈਂਟ। ਬਿਲਕੁਲ ਦੇਖੋ ਬੀਜੇਪੀ ਕੋਸ਼ਿਸ਼ ਬੜੀ ਕਰਦੀ ਹੈ ਕਿ ਛੋਟੇ ਛੋਟੇ ਸਵਾਲ ਕਰਕੇ ਵੱਡੇ ਸਵਾਲਾਂ ਨੂੰ ਇਗਨੋਰ ਕੀਤਾ ਜਾ ਸਕੇ। ਮੈਂ ਇਹਨਾਂ ਨੂੰ ਸਵਾਲ ਪੁੱਛਿਆ ਸੀਗਾ, ਇਹਨਾਂ ਨੇ ਕੀ ਕੀਤਾ, ਕੁਐਸਚਨ ਟੂ ਅ ਕੁਐਸਚਨ। A question to a question is not an answer। ਸਵਾਲ ਦਾ ਸਵਾਲ ਜਵਾਬ ਨਹੀਂ ਹੁੰਦਾ। ਤੇ ਮੈਂ ਤੁਹਾਨੂੰ ਤਾਂ ਦੱਸਦਾ ਕਿ ਜਿਹੜੀ ਚੀਜ਼ ਤੁਹਾਨੂੰ ਪੁੱਛੀ ਸੀ, ਜਿਹੜੀ ਚੀਜ਼ ਪੁੱਛੀ ਸੀ, ਜੇ 11 ਅਕਤੂਬਰ ਦੇਖੋ ਇੱਕ ਸੱਚ ਇਹਨਾਂ ਨੂੰ ਐਕਸਪੋਜ਼ ਕਰ ਦੇਣਾ, ਇਹਨਾਂ ਨੂੰ ਐਕਸਪੋਜ਼ ਕਰ ਰਿਹਾ। ਜੇ ਬੀਜੇਪੀ 2 ਅਕਤੂਬਰ ਨੂੰ ਪ੍ਰੋਕਿਓਰ ਕਰ ਸਕਦੀ ਸੀ, ਇਹਨਾਂ ਨੇ 11 ਅਕਤੂਬਰ ਤਰੀਕ ਕਿਉਂ ਰੱਖੀ? ਦੂਜੀ ਚੀਜ਼, ਆਮ ਆਦਮੀ ਪਾਰਟੀ ਬਾਰੇ ਕੇਜਰੀਵਾਲ ਸਾਹਿਬ ਨੇ ਉਮੀਦ ਕਰੀਏ ਜਿਨ੍ਹਾਂ ਨੇ ਬਾਰ-ਬਾਰ ਇਹ ਕਹੀ ਹੈ ਕਿ ਕਿਸਾਨ ਪਰਾਲੀ ਕਿਸਾਨ ਕੇ ਧੂਆਂ ਦਿੱਲੀ ਵੱਲ ਭੇਜਦੇ ਹੈ। ਕੇਜਰੀਵਾਲ ਸਾਹਿਬ ਦਾ ਬਿਆਨ ਹੈ, ਕੇਜਰੀਵਾਲ ਸਾਹਿਬ ਦਾ ਬਿਆਨ ਹੈ ਕਿ ਦਿੱਲੀ ਦੇ ਵਿੱਚ ਧੂਆਂ ਆਉਂਦਾ ਹੈ ਕਿਉਂਕਿ ਪਰਾਲੀ ਸਾੜਦੇ ਪੰਜਾਬ ਦੇ ਕਿਸਾਨ। ਹੁਣ ਉਹੀ ਪੰਜਾਬ ਦੇ ਕਿਸਾਨਾਂ ਤੋਂ ਆ ਕੇ ਤੁਸੀਂ ਵੋਟ ਮੰਗਣ ਦੀ ਕੋਸ਼ਿਸ਼ ਕਰਦੇ ਹੋ। ਸ਼ੁਰੂ ਹੋਣੀ ਹੈ ਉਹ ਸਹੀ ਢੰਗ ਨਾਲ ਹੋਏਗੀ, ਕਿਸਾਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਇਜਾਜ਼ਤ ਦਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।